ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਲੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਰਣਜੀਤ ਸਿੰਘ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਵਾਲੇ, ਫਰੈਜਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਜਿਹੜਾ ਟੈਕਸ ਦਾ, ਪੇਰੋਲ ਦਾ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹੂਟੀ ਰੈਬਲਸ ਦੇ ਉੱਤੇ ਜਦੋਂ ਤੋਂ ਹੀ ਅਮਰੀਕਾ ਤੇ ਇੰਗਲੈਂਡ ਦੀਆਂ ਫੋਰਸਿਸ ਵੱਲੋਂ ਅਟੈਕ ਕੀਤਾ ਗਿਆ, ਉਸ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਜਨਰਲ ਆ ਉਹ ਕਹਿੰਦਾ ਵੀ ਅਸੀਂ ਰਿਟੈਲੀਏਟ ਕਰਾਂਗੇ। ਸੋ ਇਸ ਤੋਂ ਇਹ ਲੱਗ ਰਿਹਾ ਵੀ ਜੋ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਵਾਰ ਚੱਲ ਰਹੀ ਹੈਗੀ ਆ ਤੇ ਉਹ ਹੁਣ ਐਕਸਪੈਂਡ ਹੋ ਸਕਦੀ ਹੈਗੀ ਆ। ਜੋ ਬੰਬਾਰਡਮੈਂਟ ਕੀਤੀ ਗਈ ਸੀ ਕਿਉਂਕਿ ਹੂਟੀਜ਼ ਜਿਹੜੇ ਹੈਗੇ ਆ ਉਹਨਾਂ ਨੇ ਡਰੋਨ ਤੇ ਮਿਜ਼ਾਈਲਸ ਦੇ ਨਾਲ ਅਟੈਕ ਕੀਤਾ ਸੀ ਰੈੱਡ ਸੀ ਦੇ ਵਿੱਚ ਜਿਹੜੇ ਸ਼ਿਪ ਆਉਂਦੇ ਆ, ਕਮਰਸ਼ੀਅਲ ਸ਼ਿਪਸ। ਸੋ US ਨੇ 60 ਤੋਂ ਵੱਧ ਜਿਹੜੇ ਟਾਰਗੇਟ ਆ, 16 ਤੋਂ ਵੱਧ ਜਿਹੜੀਆਂ ਵੱਖ-ਵੱਖ ਲੋਕੇਸ਼ਨਸ ਆ ਯੈਮਨ ਦੇ ਵਿੱਚ ਜਿਹੜੀਆਂ ਹੂਟੀ ਕੰਟਰੋਲਸ ਹੈਗੀਆਂ ਆ ਉੱਥੇ ਬੰਬਾਰਡਮੈਂਟ ਕੀਤੀ ਸੀ, ਜਿਹਦੇ ਨਾਲ ਕੁਝ ਲੋਕਾਂ ਦੀ ਜਿਹੜੀ ਮੌਤ ਵੀ ਹੋਈ ਹੈਗੀ ਆ ਤੇ 5 ਤੋਂ ਵੱਧ ਮਾਰੇ ਗਏ ਆ, 6 ਦੇ ਕਰੀਬ ਜੋ ਫੱਟੜ ਹੋਏ ਹੈਗੇ ਆ। ਹੂਟੀਜ਼ ਦਾ ਮਿਲਟਰੀ ਸਪੋਕਸਪਰਸਨ ਬ੍ਰਿਗੇਡੀਅਰ ਜਨਰਲ ਜਈਆ ਸਾਰੀ ਕਰਕੇ ਉਹਨ ਰਿਕਾਰਡਡ ਮੈਸੇਜ ਛੱਡਿਆ ਵੀ ਅਸੀਂ ਇਹ ਜੋ ਸਾਡੇ ਤੇ ਅਟੈਕ ਕੀਤਾ ਗਿਆ ਉਸ ਦਾ ਬਦਲਾ ਲਵਾਂਗੇ। ਬ੍ਰਿਟਿਸ਼ ਮਿਲਟਰੀ ਦਾ ਜੋ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਹੈਗਾ, ਜੋ ਮਿਡ ਈਸਟ ਵਾਟਰਸ ਨੂੰ ਓਵਰਸੀ ਕਰਦਾ ਆ, ਦੇਖਦਾ ਹੈਗਾ ਆ, ਉਹਦੇ ਉੱਤੇ ਜੋ ਆ ਅਟੈਕ ਕੀਤਾ ਗਿਆ ਸੀ ਇਹ ਯੇਮਨ ਦੇ ਜੋ ਮਲੇਸ਼ੀਆ ਗਰੁੱਪ ਹੈਗਾ ਆ। ਤੇ ਹੁਣ ਪ੍ਰੋਬਲਮ ਇਹ ਆ ਵੀ ਉਹ ਕਹਿੰਦੇ ਸੀ ਵੀ ਅਸੀਂ ਇਸ ਕਰਕੇ ਅਟੈਕ ਕਰ ਰਹੇ ਆ ਵੀ ਇਜ਼ਰਾਈਲ ਵਾਲੇ ਫਲਸਤੀਨੀਅਨ ਲੋਕਾਂ ਨੂੰ ਬੰਬਾਰਡਮੈਂਟ ਨਾਲ ਮਾਰ ਰਹੇ ਆ, ਪਰ ਜੋ ਸ਼ਿਪ ਉੱਥੋਂ ਦੀ ਜਾ ਰਹੇ ਆ ਕਹਿੰਦੇ ਵੀ ਜਿਨ੍ਹਾਂ ਦਾ ਕੋਈ ਇਜ਼ਰਾਈਲ ਦੇ ਨਾਲ ਲੈਣਾ ਦੇਣਾ ਨਹੀਂ, ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਮਲੇਸ਼ੀਆ ਗਰੁੱਪ ਵੱਲੋਂ। ਇਸ ਕਰਕੇ ਜੋ ਅਮਰੀਕਾ ਦੇ ਕੋਲ ਕੋਈ ਹੁਣ ਆਪਸ਼ਨ ਨਹੀਂ ਸੀ, ਉਹਨਾਂ ਨੇ ਬਾਰ-ਬਾਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਜੇ ਨਾ ਹਟੇ ਤਾਂ ਅਸੀਂ ਫਿਰ ਆਪਣੀ ਫੋਰਸ ਯੂਜ਼ ਕਰਾਂਗੇ। US 에ਅਰ ਫੋਰਸ ਸੈਂਟਰਲ ਕਮਾਂਡ ਨੇ ਇਹ ਕਿਹਾ ਵੀ ਜੋ ਹੂਟੀਜ਼ ਦਾ ਕਮਾਂਡ ਤੇ ਕੰਟਰੋਲ ਸੈਂਟਰ ਸੀਗਾ, ਉਹਨਾਂ ਦਾ ਐਮਨੀਸ਼ਨ ਡਿਪੂ ਸੀ, ਲਾਂਚਿੰਗ ਸਿਸਟਮ ਜਿੱਥੋਂ ਉਹ ਮਿਜ਼ਾਈਲਸ ਵਗੈਰਾ ਲਾਂਚ ਕਰਦੇ ਸੀ, ਪ੍ਰੋਡਕਸ਼ਨ ਫੈਸਿਲਿਟੀ ਸੀ, ਉੱਥੇ ਜਿਹੜਾ ਅਟੈਕ ਕੀਤਾ ਗਿਆ ਹੈਗਾ। ਕਹਿੰਦੇ 100 ਪ੍ਰਸੀਜ਼ਨ ਗਾਈਡਡ ਮਿਨੀਸ਼ਨਸ ਜੋ ਆ ਇਹਦੇ ਵਿੱਚ 에ਅਰ ਲਾਂਚ ਮਿਜ਼ਾਈਲਸ ਜੋ ਆ ਯੂਜ਼ ਕੀਤੀਆਂ ਗਈਆਂ, ਜਿਸ ਤਰ੍ਹਾਂ ਟੋਮਹਾਕ ਲੈਂਡ ਅਟੈਕ ਮਿਜ਼ਾਈਲਸ। ਜੀ, ਟੋਮਾਹੌਕ ਮਿਜ਼ਾਈਲ ਜਿਹੜੀਆਂ ਵਰਤੀਆਂ ਗਈਆਂ। ਹੁਣ ਤੱਕ 5 ਜਣਿਆਂ ਦੀ ਇਸ ਪੂਰੇ ਹਮਲਿਆਂ ਦੇ ਵਿੱਚ ਮੌਤ ਜਿਹੜੀ ਆ ਉਹ ਹੋਈ ਦੱਸੀ ਜਾਂਦੀ ਆ। 5 ਜਣੇ ਜਿਹੜੇ ਉਹ ਹੋਏ ਨੇ ਤੇ 6 ਜਣੇ ਜ਼ਖਮੀ ਦੱਸੇ ਜਾਂਦੇ ਨੇ। ਹਾਊਥੀਜ਼ ਨੇ ਜਿਹੜਾ ਦੱਸਿਆ US ਦੀਆਂ ਜਿਹੜੀਆਂ ਸਟ੍ਰਾਈਕਸ ਆ ਘੱਟੋ ਘੱਟ 60 ਟਾਰਗੇਟਸ ਦੇ ਉੱਤੇ 16 ਵੱਖ-ਵੱਖ ਲੋਕੇਸ਼ਨਸ ਦੇ ਉੱਤੇ ਉਹਨਾਂ ਨੇ ਜਿਹੜੀਆਂ ਕੀਤੀਆਂ। ਸੋ ਯਾਨੀ ਕਿ 60 ਤਕਰੀਬਨ 에ਅਰ ਸਟ੍ਰਾਈਕਸ ਕਹਿ ਸਕਦੇ ਹਾਂ ਵੀ ਇਸ ਤਰੀਕੇ ਦੇ ਨਾਲ ਅਮਰੀਕਾ ਤੇ UK ਦੇ ਦੁਆਰਾ ਇਸ ਦੇ ਉੱਤੇ ਕੀਤੀਆਂ ਗਈਆਂ ਆ। ਇਸ ਦੇ ਨਾਲ ਇੱਕ ਜ਼ਰੂਰ ਖਤਰਾ ਬਣਿਆ ਪਿਆ ਵੀ ਬ੍ਰੌਡਰ ਮਿਡਲ ਈਸਟ ਕੌਨਫਲਿਕਟ ਜਿਹੜਾ ਆ ਉਹ ਵੱਧ ਸਕਦਾ ਹੈ। ਇਹ ਸਾਰੇ ਦਾ ਅਸਰ ਕੀ ਜਿਹੜਾ ਉਹ ਰਹਿਣ ਵਾਲਾ ਆ ਉਹ ਜਿਹੜਾ ਜ਼ਰੂਰ ਆ। ਆਪਾਂ ਆਲਰੇਡੀ ਇਹ ਸਾਰੇ ਮਸਲੇ ਦੇ ਵਿੱਚ ਰੈੱਡ ਸੀ ਦੇ ਵਿੱਚ ਜੋ ਵਾਪਰ ਰਿਹਾ ਹੈ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਇੱਕ ਵਾਰੀ ਫਿਰ ਵੱਧਦੀਆਂ ਜਿਹੜੀਆਂ ਉਹ ਦੇਖ ਰਹੇ ਆ। ਤੁਹਾਡੇ ਆਪਣੇ ਸਾਰੇ ਗੈਸ ਸਟੇਸ਼ਨਸ ਦੇ ਉੱਤੇ ਇਸ ਦਾ ਅਸਰ ਆਲਰੇਡੀ ਦਿਖਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਇਰਾਨ ਦੀ ਜਿਹੜੀ ਨੇਵੀ ਨੇ ਉੱਧਰ ਕਹਿੰਦੇ ਵੀ ਤੇਲ ਦੇ ਜਿਹੜੇ ਕੁਝ ਟੈਂਕਰ ਆ ਗਲਫ ਆਫ ਓਮਾਨ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਉਹ ਸੀਜ਼ ਕਰ ਰਿਹਾ। US ਇਰਾਨ ਦਾ ਜਿਹੜਾ ਕ੍ਰਾਈਸਿਸ ਆ ਇਹ ਇਸ ਟਾਈਮ ਵੱਧਦਾ ਜਾ ਰਿਹਾ। ਹਾਊਥੀਜ਼ ਹੋਰ ਕੁਝ ਨਹੀਂ, ਇਰਾਨ ਦਾ ਇੱਕ ਜਿਹੜਾ ਗਰੁੱਪ ਆ, ਜਿਹੜਾ ਮਲੇਸ਼ੀਆ ਆ, ਜਿਹੜਾ ਇਰਾਨ ਬੈਕਡ ਗਰੁੱਪ ਮੰਨਿਆ ਜਾਂਦਾ ਆ ਤੇ ਲਗਾਤਾਰ ਉਹਨਾਂ ਦੇ ਦੁਆਰਾ ਜਿਹੜੇ ਹੁਣ ਹਮਲੇ ਕੀਤੇ ਗਏ ਆ। ਯਮਨ ਦੇ ਉੱਤੇ ਪਹਿਲਾਂ ਸਾਊਦੀ ਅਰੇਬੀਆ ਨੇ ਪਿਛਲੇ ਸਾਲਾਂ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਬੰਬਾਰਡਮੈਂਟ ਜਿਹੜੀ ਉਹ ਕੀਤੀ ਆ, ਪਰ ਇਹ ਜਿਹੜਾ ਇਲਾਕਾ ਯਮਨ ਦਾ ਆ ਇਹ ਹਾਊਥੀਜ਼ ਦੇ ਕੰਟਰੋਲ ਦੇ ਵਿੱਚ ਆ ਤੇ ਇਹ ਬਿਲਕੁਲ ਉਸ ਸਟ੍ਰੇਟ ਦੇ ਉੱਤੇ ਪੈਂਦਾ ਆ, ਉਸ ਸਮੁੰਦਰ ਦੇ ਕੰਢੇ ਦੇ ਉੱਤੇ ਪੈਂਦਾ ਆ ਜਿੱਥੋਂ ਦੀ ਦੁਨੀਆ ਦਾ 15 ਤੋਂ 20% ਜਿਹੜਾ ਕਾਰਗੋ ਆ ਉਹ ਰੋਜ਼ਾਨਾ ਜਿਹੜਾ ਉੱਥੋਂ
ਲੰਘ ਰਿਹਾ ਹੁੰਦਾ ਹੈ, ਤੇ ਹੁਣ ਬਹੁਤ ਵੱਡੀਆਂ ਕੰਪਨੀਆਂ ਨੇ ਇੱਧਰ ਉੱਧਰੋਂ ਦੀ ਜਾਣਾ ਬੰਦ ਕਰ ਦਿੱਤਾ ਆ, ਤੇ ਉਹਦੇ ਨਾਲ ਗਲੋਬਲ ਸਪਲਾਈ ਚੇਨ ਦੇ ਉੱਤੇ ਵੀ ਅਸਰ ਪੈ ਰਿਹਾ ਆ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਬਹੁਤ ਹੀ ਜ਼ਿਆਦਾ ਜਿਹੜੀ ਠੰਡ ਦਾ ਪ੍ਰਕੋਪ ਹੈ ਇਸ ਟਾਈਮ ਚੌਂਸ਼ਪੇਰੇ ਜਿਹੜਾ ਆ ਉਹ ਚੱਲ ਰਿਹਾ ਆ। ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਵੈਦਰ ਅਲਰਟਸ, ਵਿੰਟਰ ਵੈਦਰ ਅਲਰਟਸ ਜਿਹੜੇ ਉਹ ਚੱਲ ਰਹੇ ਆ। ਇੱਥੇ ਵੀ ਜਿਹੜੀ ਕਾਫੀ ਕੋਰਾ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਿਆ ਹੈ। ਫਰੋਸਟ ਵਾਰਨਿੰਗਸ ਆਈਆਂ ਹੋਈਆਂ ਨੇ। ਸ਼ਿਕਾਗੋ ਦੇ ਵਿੱਚ ਕਹਿੰਦੇ ਵੀ ਇੱਕ ਨਵਾਂ ਵੈਦਰ ਦਾ ਵਿੰਟਰ ਸਟਾਰਮ ਜਿਹੜਾ ਉਹ ਆ ਰਿਹਾ, ਜਿਸ ਦੇ ਵਿੱਚ 1-1 ਫੁੱਟ ਤੱਕ ਬਰਫ਼ਬਾਰੀ ਜਿਹੜੀ ਉਹ ਹੋ ਸਕਦੀ ਆ। ਆਲਰੇਡੀ ਓਹਾਰੇ ਜਿਹੜਾ ਉਹਨਾਂ ਦਾ ਮੇਨ ਏਅਰਪੋਰਟ ਆ, ਉੱਥੋਂ ਸੈਂਕੜੇ ਹੀ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੈਂਸਲ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਸੋ ਇਹ ਸ਼ਨੀਚਰਵਾਰ ਦੁਪਹਿਰ ਤਾਈਂ ਇਹ ਵਿੰਟਰ ਸਟਾਰਮ ਕੰਡੀਸ਼ਨਸ ਜਿਹੜੀਆਂ ਆ ਉਹ ਦੱਸੀਆਂ ਗਈਆਂ ਨੇ, ਤੇ ਇਸੇ ਦੇ ਚੱਲਦਿਆਂ ਉਹਨਾਂ ਇਲਾਕਿਆਂ ਦੇ ਵਿੱਚ, ਸਾਰੇ ਨਹੀਂ, ਜਿੱਥੇ ਜਿੱਥੇ ਜ਼ਿਆਦਾ ਬਰਫ਼ ਪੈਣੀ ਆ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਆ ਉਹ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈਗਾ ਆ। ਸੋ 787 ਫਲਾਈਟ ਹੁਣ ਤੱਕ ਜਿਹੜੀਆਂ ਆ ਸ਼ਿਕਾਗੋ ਦੇ ਇਸ ਇੰਟਰਨੈਸ਼ਨਲ ਏਅਰਪੋਰਟ ਤੋਂ ਆਲਰੇਡੀ ਜਿਹੜੀਆਂ ਉਹ ਕੈਂਸਲ ਕੀਤੀਆਂ ਗਈਆਂ ਆ। ਤਕਰੀਬਨ 50 ਮਿੰਟ ਦਾ ਜਾਂ ਘੰਟੇ ਦਾ ਆਲਮੋਸਟ ਹਰ ਇੱਕ ਫਲਾਈਟ ਦੇ ਵਿੱਚ ਜਿਹੜੀ ਉਡਾਨ ਭਰ ਵੀ ਰਹੀ ਆ, ਉਹਨਾਂ ਵਿੱਚ ਡਿਲੇ ਜਿਹੜਾ ਉਹ ਚੱਲ ਰਿਹਾ। ਉੱਥੇ ਇੱਕ ਹੋਰ ਜਿਹੜਾ ਏਅਰਪੋਰਟ ਮਿਡਵੇ ਆ, ਉੱਥੇ 350 ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਆਲਰੇਡੀ ਕੈਂਸਲ ਜਿਹੜਾ ਉਹ ਕਰ ਦਿੱਤਾ ਗਿਆ ਆ। ਬਹੁਤ ਹੀ ਜ਼ਿਆਦਾ ਠੰਡ, ਫ੍ਰਿਜਡ ਟੈਂਪਰੇਚਰਸ ਜਿਹੜੇ ਉਹ ਦੱਸੇ ਜਾ ਰਹੇ ਆ। ਜਿੰਨੇ ਵੀ ਟਰੱਕਰਸ ਉਹਨਾਂ ਇਲਾਕਿਆਂ ਦੇ ਵਿੱਚ ਨਾਰਥ ਈਸਟ ਦੇ ਵਿੱਚ ਜਾਂ ਈਸਟ ਵੱਲ ਨੂੰ ਜਿਹੜਾ ਉਹ ਚੱਲਦੇ ਨੇ, ਉਹ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਜਿਹੜਾ ਉਹ ਚੱਲਣ। ਸਥਿਤੀ ਕਾਫੀ ਜ਼ਿਆਦਾ ਵੈਦਰ ਨੂੰ ਲੈ ਕੇ ਜਿਹੜੀ ਉਹ ਮਾੜੀ ਬਣੀ ਪਈ ਆ। ਵਿੰਟਰ ਸਟਾਰਮ ਬੰਬ ਸਾਈਕਲੋਨ ਆਇਆ ਹੋਇਆ ਈਸਟ ਵੱਲ, ਕਹਿੰਦੇ ਪਈ 48 ਸਟੇਟਾਂ ਦੇ ਵਿੱਚ ਜੋ ਵੈਦਰ ਵਾਰਨਿੰਗ ਹੈਗੀ 145 ਮਿਲੀਅਨ ਲੋਕਾਂ ਨੂੰ, ਵਿੰਟਰ ਵਾਰਨਿੰਗ ਜੋ ਆ ਉਹ 56 ਮਿਲੀਅਨ ਲੋਕਾਂ ਨੂੰ ਅਮਰੀਕਾ ਦੇ ਵਿੱਚ। ਸੋ ਟੈਂਪਰੇਚਰ ਦੇ ਰੈਕੋਰਡ ਜਿਹੜੇ ਟੁੱਟ ਰਹੇ ਹੈਗੇ ਆ। ਬਿਲ ਰੋਜਰਸ ਦੇ ਚੇਅਰਮੈਨ ਪੋਲ ਕਾਉਂਟੀ GOP ਹੈਗੇ ਆ, ਉਹਨਾਂ ਨੇ ਕਿਹਾ ਵੀ 20 ਡਿਗਰੀ ਮਾਈਨਸ ਟੈਂਪਰੇਚਰ ਹੈਗਾ ਉਸ ਏਰੀਏ ਦੇ ਵਿੱਚ। ਤੇ ਅਗਲੀ ਖਬਰ ਵੱਲ ਚਲੀਏ, ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ। ਟੈਕਸਸ ਦੇ ਗਵਰਨਰ ਨੇ ਇੱਕ ਜਿਹੜਾ ਪਾਰਕ ਆ, ਪਬਲਿਕ ਪਾਰਕ ਆ, ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਇਹ ਉਹ ਪਾਰਕ ਆ ਜਿੱਥੇ ਜੋ ਅਨਡਾਕੂਮੈਂਟਡ ਬੰਦੇ ਆ ਜਦੋਂ ਕ੍ਰਾਸ ਕਰਦੇ ਆ, ਉੱਥੇ ਬਾਰਡਰ ਪੈਟਰੋਲ ਏਜੰਟਸ ਉਹਨਾਂ ਦੀਆਂ ਐਪਲੀਕੇਸ਼ਨ ਜੋ ਵੀ ਆ ਉਹ ਪ੍ਰੋਸੈਸ ਕਰਦੇ ਹੈਗੇ ਆ। ਸੋ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਉਸ ਪਾਰਕ ਨੂੰ ਆਪਣੀ ਸਟੇਟ ਦੇ ਕਬਜ਼ੇ ਦੇ ਵਿੱਚ ਲੈ ਕੇ ਬਾਰਡਰ ਪੈਟਰੋਲ ਏਜੰਟਸ ਦੀ ਜਿਹੜੀ ਐਂਟਰੀ ਆ ਉਹ ਬੰਦ ਕਰਤੀ ਆ, ਤੇ ਉੱਥੇ ਟੈਕਸਸ ਦੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਹੈਗਾ। ਹੁਣ ਜਿਹੜੀ ਲੜਾਈ ਸਿੱਧੀ ਟੈਕਸਸ ਸਟੇਟ ਦੀ ਫੈਡਰਲ ਗਵਰਨਮੈਂਟ ਦੇ ਨਾਲ ਜਿਹੜੀ ਆ ਹੋ ਗਈ ਹੈਗੀ ਆ। ਉਹ ਕਹਿੰਦੇ ਬਈ ਗ੍ਰੈਗ ਐਬਟ ਕਹਿੰਦੇ ਆ ਵੀ ਅੱਜ ਦੀ ਡੇਟ 'ਚ ਵੀ ਜੋ ਲੋਕ ਆ ਉਹ ਧੜਾ ਧੜ ਉੱਥੋਂ ਆ ਰਹੇ ਤੇ ਰੁਕ ਨਹੀਂ ਰਹੇ। ਸੋ ਸਾਡੇ ਕੋਲ ਕੋਈ ਆਲਟਰਨੇਟਿਵ ਨਹੀਂ, ਸੋ ਮੇਰੀ ਸਟੇਟ ਨੂੰ ਮੈਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਪੈਣਾ ਆ। ਤੇ ਬਾਰਡਰ ਪੈਟਰੋਲ ਏਜੰਟਸ ਨੂੰ ਉਹਨਾਂ ਦੀਆਂ ਡਿਊਟੀਆਂ ਨਾ ਕਰਨ ਦੀ ਬਾਬਤ ਹੁਣ ਜੋ ਫੈਡਰਲ ਗਵਰਨਮੈਂਟ ਆ ਉਹ ਕੀ ਐਕਸ਼ਨ ਲੈਂਦੀ ਹੈਗੀ ਆ। ਅੱਜ ਸਵੇਰੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਜਿਹੜਾ ਕੇਸ ਆ ਉਹ ਫਾਈਲ ਕੀਤਾ ਗਿਆ ਆ ਇਸ ਦੇ ਸੰਬੰਧ ਦੇ ਵਿੱਚ ਵੀ ਜੋ ਬਾਰਡਰ ਪੈਟਰੋਲ ਏਜੰਟਸ ਤੇ ਫੈਡਰਲ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਐਕਸੈਸ ਨਹੀਂ ਦਿੱਤਾ ਜਾ ਰਿਹਾ। ਇਹ 2.5 ਮੀਲ ਲੰਮਾ ਏਰੀਆ ਹੈਗਾ ਜਿੱਥੋਂ ਦੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਉਹ ਮੈਕਸੀਕੋ ਵਾਲੀ ਸਾਈਡ ਤੇ USA ਦੇ ਵਿੱਚ ਐਂਟਰ ਹੁੰਦੇ ਆ। ਇੱਕ ਟਾਈਮ ਦੇ ਉੱਤੇ ਤਾਂ ਗ੍ਰੈਗ ਐਬਟ ਉਹਨਾਂ ਨੇ ਇਹ ਵੀ ਕਹਿਤਾ ਸੀ ਵੀ ਤੁਸੀਂ ਜਿਹੜੀਆਂ ਗਨ ਆ ਉਹ ਵੀ ਗੋਲੀਆਂ ਵੀ ਚਲਾ ਸਕਦੇ ਹੈਗੇ ਆ। ਸੋ ਉਹਦਾ ਜਿਹੜਾ ਕਾਫੀ ਵਿਰੋਧ ਹੋਇਆ। ਇੰਟਰਨੈਸ਼ਨਲ ਬਾਉਂਡਰੀ ਜਿਹੜੀ ਆ US ਤੇ ਮੈਕਸੀਕੋ ਦੇ ਵਿੱਚ ਰੀਓ ਗ੍ਰਾਂਡੇ ਪਾਸ ਦੇ ਲਾਗੇ ਇਹ ਉਹ ਏਰੀਆ ਹੈਗਾ। ਈਗਲ ਪਾਸ ਤੇ ਮੇਅਰ ਰੋਲਾਂਡੋ ਸਲੀਨਸ ਉਹਨਾਂ ਨੇ ਕਿਹਾ ਵੀ ਸਾਡਾ ਛੋਟਾ ਜਿਹਾ ਸ਼ਹਿਰ ਆ, ਵੀ ਸਾਡੇ ਤਾਂ ਇੰਨਾ ਬੁਰਾ ਹਾਲ ਆ ਵੀ ਇੱਥੇ ਲੋਕ ਹੀ ਲੋਕ ਦਿਸ ਰਹੇ ਹੈਗੇ ਆ। ਜਿਹੜੇ ਓਰੀਜਨਲ ਉਸ ਸ਼ਹਿਰ ਦੇ ਲੋਕ ਆ ਉਹਨਾਂ ਦੇ ਲਈ ਕੋਈ ਵੀ ਜਿਹੜੀ ਫੈਸਿਲਿਟੀ ਆ ਉਹ ਯੂਜ਼ ਕਰਨੀ ਬਹੁਤ ਔਖੀ ਹੋਈ ਹੈਗੀ ਆ। ਮਾਈਕਲ ਪੈਰੀ ਸਪੋਕਸਪਰਸਨ ਆ ਟੈਕਸਸ ਮਿਲਟਰੀ ਡਿਪਾਰਟਮੈਂਟ ਦੇ, ਜੋ ਨੈਸ਼ਨਲ ਗਾਰਡਸ ਨੂੰ ਓਵਰਸੀ ਕਰਦੇ ਹੈਗੇ ਆ। ਉਹ ਕਹਿੰਦੇ ਆ ਵੀ ਅਸੀਂ ਇਲੀਗਲ ਕ੍ਰਾਸਿੰਗ ਜੋ ਮਾਈਗ੍ਰੈਂਟਸ ਦੇ ਰਾਹੀਂ ਆ ਉਹ ਟੋਟਲੀ ਬੰਦ ਕਰਨ ਜਾ ਰਹੇ ਹੈਗੇ ਆ। ਇਸ ਪੁਆਇੰਟ ਦੇ ਉੱਤੇ ਕੋਈ ਵੀ ਕਹਿੰਦੇ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ। ਜੋ ਅੱਜ ਸਵੇਰੇ ਇਹਦੇ ਸੰਬੰਧ ਦੇ ਵਿੱਚ ਈਗਲ ਪਾਸ ਵਾਲਾ ਏਰੀਆ ਬੰਦ ਕਰਨ ਤੋਂ ਬਾਅਦ ਵਾਈਟ ਹਾਊਸ ਦੇ ਸਪੋਕਸਪਰਸਨ ਐਂਜਲੋ ਫਰਨਾਂਡਿਸ
ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਬਾਰਡਰ ਆ ਇਸ ਨੂੰ ਪੋਲੀਟੀਸਾਈਜ਼ ਕੀਤਾ ਜਾ ਰਿਹਾ ਆ। ਹਾਲਾਂਕਿ ਹੁਣ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਗਵਰਨਰਸ ਆ ਉਹ ਖੁਦ ਔਖੇ ਹੈਗੇ ਆ ਵੀ ਭਾਈ ਹੁਣ ਤਾਂ ਟੂ ਮੱਚ ਹੋ ਗਿਆ, ਹੁਣ ਸਾਨੂੰ ਰੋਕਣਾ ਚਾਹੀਦਾ ਹੈਗਾ, ਕਿਉਂਕਿ ਲੀਗਲ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਡਿਲੇ ਹੋ ਰਹੀ ਹੈਗੀ ਆ। ਸੋ ਉਹਨਾਂ ਨੇ ਇਹ ਕਿਹਾ ਵੀ ਗਵਰਨਰ ਐਬਟ ਆਪਣੀਆਂ ਐਕਸਟ੍ਰੀਮ ਪੋਲੀਟੀਕਲ ਸਟੰਟਸ ਕਰ ਰਹੇ ਹੈਗੇ ਆ। ਜੋ ਸ਼ੈਲਵੀ ਪਾਰਕ ਆ, ਇਸ ਪਾਰਕ ਦਾ ਨਾਂ ਕਰਕੇ ਜਾਣਿਆ ਜਾਂਦਾ ਆ, ਇਹ ਲੇਟੈਸਟ ਆ ਜੀ ਜੋ ਟੈਕਸਸ ਦੇ ਆਫੀਸ਼ੀਅਲਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਜੀ ਅਗਲੀ ਗੱਲ ਕਰਦੇ ਜੇ ਯਾਦ ਹੋਣਾ ਹੈ ਇੱਕ ਵਾਈਟ ਸੁਪਰਮੇਸਿਸਟ ਨੇ 10 ਕਾਲੇ ਮੂਲ ਦੇ ਲੋਕਾਂ ਨੂੰ ਬਫਲੋ ਦੀ ਇੱਕ ਸੁਪਰਮਾਰਕੀਟ ਦੇ ਵਿੱਚ ਕਤਲ ਕਰ ਦਿੱਤਾ ਸੀਗਾ। ਹੁਣੇ ਕੁਝ ਮਿੰਟ ਪਹਿਲਾਂ ਲੇਟੈਸਟ ਬ੍ਰੇਕਿੰਗ ਨਿਊਜ਼ ਉਸ ਤੇ ਬਾਬਤ ਆ ਰਹੀ ਆ। ਜਿਹੜੇ ਫੈਡਰਲ ਪ੍ਰੋਸੀਕਿਊਟਰ ਆ, ਜਿਹੜੇ ਸੰਘੀ ਵਕੀਲ ਆ, ਉਹ ਇਸ ਟਾਈਮ ਉਸ ਦੇ ਲਈ ਡੈਥ ਪੈਨਲਟੀ, ਮੌਤ ਦੀ ਸਜ਼ਾ ਦੀ ਮੰਗ ਜਿਹੜੀ ਆ ਉਹ ਕਰ ਰਹੇ ਨੇ। ਅੱਜ ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਸ ਬਾਰੇ ਖੁਲਾਸਾ ਹੋਇਆ। ਪੇਟਨ ਗੈਂਡਰੋਨ 20 ਸਾਲਾਂ ਦਾ, ਜਿਹੜਾ ਕਿ ਪਹਿਲਾਂ ਹੀ ਸੈਂਟੈਂਸ ਉਮਰ ਕੈਦ ਵਿਦਆਊਟ ਐਨੀ ਚਾਂਸ ਆਫ ਪੈਰੋਲ ਜਿਹੜੀ ਉਹ ਸਜ਼ਾ ਭੁਗਤ ਰਿਹਾ ਆ। ਤੇ ਕਹਿੰਦੇ ਵੀ ਉਹਨੇ ਗਿਲਟੀ ਪਲੀ ਕੀਤਾ ਸੀਗਾ, ਦੋਸ਼ ਆਪਣੇ ਕਬੂਲੇ ਸੀਗੇ। ਜਿਹੜੇ ਸਟੇਟ ਤੇ ਚਾਰਜਸ ਸੀਗੇ ਮਰਡਰ ਤੇ ਹੇਟ ਮੋਟੀਵੇਟਡ ਡੋਮੈਸਟਿਕ ਟੈਰਰਿਜ਼ਮ ਦੇ ਵਿੱਚ, 2022 ਦੇ ਵਿੱਚ ਉਸਨੇ ਇਸ ਕਤਲੋਗਾਰਤ ਨੂੰ ਅੰਜਾਮ ਦਿੱਤਾ ਸੀ। ਨਿਊਯਾਰਕ, ਜਿੱਥੇ ਕੈਪੀਟਲ ਪਨਿਸ਼ਮੈਂਟ ਨਹੀਂ ਹੈਗੀ, ਮੌਤ ਦੀ ਸਜ਼ਾ ਨਹੀਂ ਹੈਗੀ, ਪਰ ਫਿਰ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਆਪਸ਼ਨ ਲੱਭ ਰਿਹਾ ਆ ਵੀ ਕਿਸੇ ਤਰੀਕੇ ਦੇ ਨਾਲ ਇਸ ਨੂੰ ਮੌਤ ਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾ ਸਕੇ ਫੈਡਰਲ ਹੇਟ ਕ੍ਰਾਈਮ ਦੇ ਮਾਮਲਿਆਂ ਦੇ ਵਿੱਚ। ਸੋ ਸਟੇਟ ਦੇ ਪੱਧਰ ਦੇ ਉੱਤੇ ਤਾਂ ਨਹੀਂ, ਪਰ ਫੈਡਰਲ ਪੱਧਰ ਦੇ ਉੱਤੇ ਇਸ ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਆ। ਫੈਡਰਲ ਪੱਧਰ ਦੇ ਉੱਤੇ ਅਜੇ ਵੀ ਕੈਪੀਟਲ ਪਨਿਸ਼ਮੈਂਟ, ਡੈਥ ਪੈਨਲਟੀ ਅਮਰੀਕਾ ਦੇ ਵਿੱਚ ਲੀਗਲ ਜਿਹੜੀ ਉਹ ਮੰਨੀ ਜਾਂਦੀ ਆ। ਸੋ ਕਹਿੰਦੇ ਵੀ ਇਹ ਨੋਟਿਸ ਅਨਾਉਂਸ ਕੀਤਾ ਗਿਆ ਆ। ਟ੍ਰਿਨੀ ਰੌਸ ਜਿਹੜੇ ਯੂਐਸ ਦੇ ਅਟਰਨੀ ਨੇ ਵੈਸਟਰਨ ਨਿਊਯਾਰਕ ਤੋਂ, ਉਹਨਾਂ ਨੇ ਕਿਹਾ ਵੀ ਗੈਂਡਰੋਨ ਨੇ ਜਾਣ ਬੁੱਝ ਕੇ ਜਿਹੜੀ ਕਾਲੇ ਮੂਲ ਦੇ ਲੋਕਾਂ ਦੀ ਸੁਪਰਮਾਰਕੀਟ ਸੀ ਉਸ ਨੂੰ ਮਿਥਿਆ, ਤੇ ਤਾਂ ਜੋ ਵੱਧ ਤੋਂ ਵੱਧ ਕਾਲੇ ਮੂਲ ਦੇ ਲੋਕਾਂ ਨੂੰ ਉਹ ਉੱਥੇ ਮਾਰ ਸਕੇ। ਸੋ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫੈਡਰਲ ਕ੍ਰਾਈਮ ਦੇ ਜਿਹੜੇ ਚਾਰਜਸ ਦੇ ਵਿੱਚ ਇਸ ਨੂੰ ਚਾਹੁੰਦੇ ਆ ਵੀ ਮੌਤ ਦੀ ਸਜ਼ਾ ਜਿਹੜੀ ਆ ਉਹ ਮਿਲੇ। ਉੱਦਾਂ ਜੇ ਦੇਖਿਆ ਜਾਵੇ ਜਸਟਿਸ ਡਿਪਾਰਟਮੈਂਟ ਨੇ ਬਹੁਤ ਘੱਟ ਫੈਡਰਲ ਡੈਥ ਪੈਨਲਟੀਜ਼ ਦੀ ਮੰਗ ਜਿਹੜੀ ਉਹ ਕੀਤੀ ਆ, ਖਾਸ ਕਰਕੇ ਜਦੋਂ ਤੋਂ ਪ੍ਰੈਜ਼ੀਡੈਂਟ ਬਾਈਡਨ ਬਣੇ ਆ, ਕਿਉਂਕਿ ਇਹ ਦਿਸ਼ਾ ਨਿਰਦੇਸ਼ ਹੁੰਦੇ ਆ ਪ੍ਰੈਜ਼ੀਡੈਂਟ ਦੇ ਉੱਤੇ, ਉਹਨਾਂ ਦੀ ਪਾਰਟੀ ਦੇ, ਉਹਨਾਂ ਦੇ ਜੋ ਵੀ ਉਹ ਮੰਨਦੇ ਆ ਵੀ ਕੀ ਫੈਡਰਲ ਪੱਧਰ ਦੇ ਉੱਤੇ ਕਈ ਜੁਰਮਾਂ ਦੇ ਲਈ ਡੈਥ ਪੈਨਲਟੀ ਮੰਨਣੀ ਆ ਜਾਂ ਨਹੀਂ। ਡੈਮੋਕ੍ਰੇਟਸ ਖਾਸ ਕਰਕੇ ਇਹ ਜੋ ਬਾਈਡਨ ਕੈਪੀਟਲ ਪਨਿਸ਼ਮੈਂਟ ਦੇ ਉਲਟ ਰਹੇ ਆ, ਪਰ ਇਸ ਮਾਮਲੇ ਵਿੱਚ ਇਹ ਡੈਥ ਪੈਨਲਟੀ ਦੀ ਮੌਤ ਦੀ ਸਜ਼ਾ ਦੀ ਮੰਗ ਕਰਨ ਜਾ ਰਹੇ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਮਾਰਕੀਟ ਨੂੰ ਲੈ ਕੇ ਜਿਹੜੇ ਲੋਕ ਘਰ ਖਰੀਦ ਰਹੇ ਆ, ਜਾਂ ਜਿਨ੍ਹਾਂ ਦੀਆਂ ਘਰਾਂ ਦੀਆਂ ਇੰਸ਼ੋਰੈਂਸਾਂ ਕੈਂਸਲ ਹੋ ਰਹੀਆਂ, ਜਾਂ ਤੁਹਾਡੇ ਘਰਾਂ ਦੀ ਇੰਸ਼ੋਰੈਂਸ ਦੇ ਜਿਹੜੇ ਰਿਨਿਊਅਲ ਬਿੱਲ ਆ ਰਹੇ ਆ, ਤੁਸੀਂ ਦੇਖ ਕੇ ਹੈਰਾਨ ਹੁੰਦੇ ਹੋਵੋਗੇ 40-40, 50-50, 60-60% ਇਨਕਰੀਜ਼ ਹੋ ਰਿਹਾ ਆ। ਬਹੁਤ ਸਾਰੇ ਲੋਕਾਂ ਨੂੰ ਇੰਸ਼ੋਰੈਂਸ ਮਿਲ ਨਹੀਂ ਰਹੀ, ਇੰਸ਼ੋਰੈਂਸਸ ਕੈਂਸਲ ਹੋ ਰਹੀਆਂ। ਸੋ ਉਹਦੇ ਸੰਬੰਧ ਦੇ ਵਿੱਚ ਰਿਪਰੈਜ਼ੈਂਟੇਟਿਵ ਐਡਮ ਸ਼ਿਫ ਜੋ ਡੈਮੋਕ੍ਰੇਟ ਆ ਬਰਬੈਂਕ ਤੋਂ, ਉਹ ਇੱਕ ਨਵਾਂ ਬਿੱਲ ਲੈ ਕੇ ਆਏ ਹੈਗੇ ਆ, ਨੈਸ਼ਨਲ ਸਪੋਰਟ ਫॉर ਅਨਪ੍ਰੈਜ਼ੀਡੈਂਟਡ ਰਿਸਕਸ ਐਂਡ ਐਮਰਜੈਂਸੀਜ਼ ਇੰਸ਼ੋਰ ਕਰਕੇ। ਸੋ ਇਸ ਬਿੱਲ ਦੇ ਤਹਿਤ ਜੇ ਨੈਚੁਰਲ ਡਿਜ਼ਾਸਟਰ ਹੋ ਜਾਂਦਾ, ਜਿੱਦਾਂ ਵਾਈਲਡ ਫਾਇਰ ਆ, ਜਿਹਦੇ ਕਰਕੇ ਇੰਸ਼ੋਰੈਂਸ ਕੰਪਨੀਆਂ ਭੱਜ ਗਈਆਂ ਕੈਲੀਫੋਰਨੀਆ ਤੋਂ, ਉਸ ਦੀ ਜਿਹੜੀ ਆ ਰੀ ਇੰਸ਼ੋਰੈਂਸ ਉਹ ਫੈਡਰਲ ਗਵਰਨਮੈਂਟ ਜਿਹੜੀ ਆ ਫੈਡਰਲ ਕੈਟਾਸਟ੍ਰੋਫਿਕ ਰੀ ਇੰਸ਼ੋਰੈਂਸ ਪ੍ਰੋਗਰਾਮ ਕ੍ਰੀਏਟ ਕਰੂਗੀ, ਤਾਂ ਕਿ ਨੈਚੁਰਲ ਡਿਜ਼ਾਸਟਰ ਦੇ ਦੌਰਾਨ ਉਹ ਜਿਹੜਾ ਇਹ ਪ੍ਰੋਗਰਾਮ ਹੋਊਗਾ ਫੈਡਰਲ ਗਵਰਨਮੈਂਟ ਦੇ ਅੰਡਰ, ਉਹ ਕਿਕ ਇਨ ਕਰ ਜਾਊਗਾ, ਤਾਂ ਇੰਸ਼ੋਰੈਂਸ ਕੰਪਨੀਆਂ ਦਾ ਏਡਾ ਜ਼ਿਆਦਾ ਜਿਹੜਾ ਲਾਸ ਆ ਉਹ ਨਹੀਂ ਹੋਊਗਾ। ਕਲਾਈਮੇਟ ਚੇਂਜ ਕਰਕੇ ਜੋ ਰਿਸਕ ਆ ਬਹੁਤ ਜ਼ਿਆਦਾ ਹੋ ਗਿਆ, ਪਰ ਇਹਦਾ ਸਭ ਤੋਂ ਜਿਹੜਾ ਅਨਫੋਰਚੂਨੇਟ ਇਫੈਕਟ ਆ ਇੰਸ਼ੋਰੈਂਸ ਰੇਟਸ ਦਾ, ਖਾਸ ਕਰਕੇ ਰੂਰਲ ਏਰੀਆ, ਜਿਹੜਾ ਪੇਂਡੂ ਏਰੀਆ ਆ, ਜਾਂ ਜਿਹੜਾ ਥੋੜਾ ਬਹੁਤਾ ਵਾਈਲਡ ਫਾਇਰ ਵਾਲਾ ਏਰੀਆ ਹੈਗਾ, ਕਿਉਂਕਿ ਉੱਥੇ ਇੱਕ ਤਾਂ ਬਹੁਤ ਗਰੀਬ ਲੋਕ ਰਹਿੰਦੇ ਹੈਗੇ ਆ, ਤੇ ਉਹਨਾਂ ਦੇ ਲਈ ਹਜ਼ਾਰਾਂ ਡਾਲਰ ਜੋ ਘਰਾਂ ਦੀ ਇੰਸ਼ੋਰੈਂਸ ਆ ਉਹ ਲੈਣੀ ਬਹੁਤ ਔਖੀ ਹੈਗੀ। ਜਿੱਦਾਂ ਯੋਸੇਮਿਟੀ ਏਰੀਆ, ਉਹ ਮੈਂ ਇੱਕ ਜਗ੍ਹਾ ਦੇਖ ਰਿਹਾ ਸੀ, 10-10, 12-12 ਹਜ਼ਾਰ ਡਾਲਰ ਦੀ ਇੰਸ਼ੋਰੈਂਸ ਇੱਕ ਛੋਟੇ ਘਰ ਦੀ ਹੋ ਰਹੀ ਆ। ਸੋ ਉਹ ਕਹਿੰਦੇ ਵੀ ਇਹ ਤਾਂ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਹੈਗੇ। ਸੋ ਇਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਈਸਿਸ ਬਣਿਆ ਹੋਇਆ ਆ। ਈਵਨ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਡਾਇਰੈਕਟ ਵੀ ਕੀਤਾ ਸੀ ਰਿਕਾਰਡੋ ਲਾਰਾ ਜੋ ਇੰਸ਼ੋਰੈਂਸ ਕਮਿਸ਼ਨਰ ਆ, ਵੀ ਜੋ ਰੇਟ ਇਨਕਰੀਜ਼ ਕਰਨ ਦੀ ਇੰਸ਼ੋਰੈਂਸ ਕੰਪਨੀਆਂ ਦੀ ਰਿਕੁਐਸਟ ਆ ਉਹਨੂੰ ਇਮੀਡੀਏਟਲੀ ਜਿਹੜਾ ਲਾਗੂ ਕੀਤਾ ਜਾਵੇ। ਜੋ ਇਹ ਨਵਾਂ ਬਿੱਲ ਲੈ ਕੇ ਐਡਮ ਸ਼ਿਫ ਆ ਰਹੇ ਆ, ਕਹਿੰਦੇ ਇਹਦੇ ਪਾਸ ਹੋਣ ਦੇ ਬਹੁਤ ਚਾਂਸ ਆ, ਸੈਨੇਟ 'ਚ ਵੀ ਕਾਂਗਰਸ 'ਚ ਵੀ, ਫਿਰ ਇਹ
ਜੋ ਆ ਹੂੰ, ਹੂੰ, ਪ੍ਰੈਜ਼ੀਡੈਂਟ ਹੂੰ। ਬਾਈਡਨ ਕੋਲ ਜਾਊਗਾ। ਕਿਉਂਕਿ ਇਕੱਲਾ ਕੈਲੀਫੋਰਨੀਆ ਨਹੀਂ, ਫਲੋਰੀਡਾ, ਹੋਰ ਵੀ ਕਈ ਜਿਹੜੀਆਂ ਸਟੇਟਸ ਆ, ਹੁਣ ਦੇਖ ਲਓ ਈਸਟ ਵਾਲੀਆਂ ਚ ਕਈਆਂ ਚ ਨੈਚੁਰਲ ਡਿਜ਼ਾਸਟਰ ਆਇਆ, ਫਲੱਡਿੰਗ ਹੋ ਰਹੀ ਹੈਗੀ ਆ। ਟੋਰਨੇਡੋਜ਼ ਸੋ ਆ ਰਹੇ ਆ, ਬਿਲਕੁਲ। ਜੀ, ਉਸ ਦੇ ਸੰਬੰਧ ਦੇ ਵਿੱਚ ਜੇ ਬਿੱਲ ਪਾਸ ਹੋ ਜਾਂਦਾ ਤਾਂ ਇਹ ਲੱਗਦਾ ਆ ਵੀ ਉਹਦੇ ਨਾਲ ਇੰਸ਼ੋਰੈਂਸ ਕੰਪਨੀਆਂ ਦੁਆਰਾ ਕੀ ਫਿਰ ਕੰਪੀਟੀਸ਼ਨ ਚ ਆ ਜਾਊਗੀਆਂ, ਜਾਂ ਦੁਆਰਾ ਕੀ ਫਿਰ ਕੈਲੀਫੋਰਨੀਆ ਚ ਬਿਜ਼ਨਸ ਲਿਖਣਾ ਸ਼ੁਰੂ ਕਰ ਦਊਗੀਆਂ। ਪਰ ਅੱਜ ਬਿਲਕੁਲ। ਦੀ ਡੇਟ 'ਚ ਇਸ ਬਿੱਲ ਨੂੰ ਜਦੋਂ ਤੋਂ ਹੀ ਖਬਰ ਆਈ ਹੈਗੀ ਆ, ਉਸ ਤੋਂ ਬਾਅਦ ਕਹਿੰਦੇ ਜੋ ਆਲ ਸਟੇਟ ਫਾਰਮਰਸ, USA, ਇਹਨਾਂ ਦੇ ਜਿਹੜੇ ਨਵੇਂ ਕੋਈ ਵੀ ਰਿਪਰੈਜ਼ੈਂਟੇਟਿਵ ਹੈਗੇ ਆ, ਉਹ ਨਵੀਆਂ ਪਾਲਿਸੀਆਂ ਤਾਂ ਲਿਖ ਹੀ ਨਹੀਂ ਰਹੇ ਹੈਗੇ। ਪੁਰਾਣੀਆਂ ਦੇ ਉੱਤੇ ਰੇਟਸ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਸਾਰੀਆਂ ਕੰਪਨੀਆਂ ਦੇ। ਉਹਨਾਂ ਨੇ ਇਸ ਬਿੱਲ ਦੇ ਉੱਤੇ ਹਜੇ ਕਿਸੇ ਤਰ੍ਹਾਂ ਦਾ ਕਮੈਂਟ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਯੂਜ਼ਲੀ ਜੀ। ਜੋ ਰੀਇੰਸ਼ੋਰੈਂਸ ਹੁੰਦੀ ਆ ਕੰਪਨੀਆਂ ਦੀ, ਉਹ ਗਲੋਬਲ ਕੰਪਨੀਆਂ ਹੁੰਦੀਆਂ ਹੈਗੀਆਂ, ਉਹ ਰੈਗੂਲੇਟਡ ਨਹੀਂ ਹੈਗੀਆਂ। ਸੋ ਜੇ ਅਮਰੀਕਾ ਦੇ ਵਿੱਚ ਇਦਾਂ ਦਾ ਬਿੱਲ ਆਂਦਾ ਆ ਤੇ ਉਹ ਰੈਗੂਲੇਟਡ ਹੋਊਗਾ ਤੇ ਹੋਪਫੁਲੀ ਲੋਕਾਂ ਨੂੰ ਕੁਛ ਰਾਹਤ ਮਿਲੂਗੀ। ਜੀ, ਬ੍ਰੇਕ ਦਾ ਵਕਤ ਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਦੁਨੀਆ ਭਰ ਦੇ ਵਿੱਚ ਕੀ ਚੱਲ ਰਿਹਾ ਹੈਗਾ, ਅਮਰੀਕਾ 'ਚ ਕੀ ਚੱਲ ਰਿਹਾ, ਉਹ ਸਾਰੀਆਂ ਖਬਰਾਂ, ਇਕੋਨਮੀ ਦੀਆਂ ਖਬਰਾਂ, ਹੋਰ ਕਈ ਕੁਛ ਜਿਹੜਾ ਲੈ ਕੇ ਹਾਜ਼ਰ ਹੁੰਦੇ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। सो जो प्रोग्राम चल रहा है जी इस टाइम अपडेट अमेरिका। हरजोत सिंह जी जी आਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਬ੍ਰਿਟੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਯੂਕਰੇਨ ਦੇ ਦੌਰੇ ਦੇ ਉੱਤੇ ਗਏ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਆਰਥਿਕ ਮਦਦ ਜਿਹੜੀ ਉਹ ਦੇਵਾਂਗੇ ਤੇ ਨਾਲ ਦੇ ਨਾਲ ਇਹ ਭਰੋਸਾ ਉਹਨਾਂ ਨੇ ਦਵਾਇਆ ਵੀ ਜਿਹੜਾ ਵੈਸਟ ਆ ਬਾਕੀ ਮੁਲਕ ਆ ਉਹ ਰੂਸ ਦੇ ਖਿਲਾਫ ਨੇ ਤੇ ਤੁਹਾਨੂੰ ਲਗਾਤਾਰ ਜਿਹੜੀ ਆ ਉਹ ਸਪੋਰਟ ਕਰਦੇ ਰਵਾਂਗੇ। ਰਿਸ਼ੀ ਸੁਨਾਕ ਨੇ ਜਿਹੜੀ ਇੱਕ ਨਵੀਂ ਮਿਲਟਰੀ ਫੰਡਿੰਗ ਯੂਕਰੇਨ ਨੂੰ ਜਿਹੜੀ ਦੇਣੀ ਆ ਉਸ ਦੀ ਜਿਹੜੀ ਘੁੰਡ ਚੁਕਾਈ ਦੇ ਲਈ ਗਏ ਆ ਤੇ ਉਹ ਖੁਦ ਆਪ ਯੂਕਰੇਨ ਦੇ ਵਿੱਚ ਪਹੁੰਚੇ ਆ। 23 ਮਹੀਨੇ ਹੋ ਗਏ ਆ। ਅਗਲੇ ਮਹੀਨੇ ਫਰਵਰੀ ਦੇ ਵਿੱਚ ਇਹ 2 ਸਾਲ ਹੋ ਜਾਣੇ ਆ ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਸ਼ੁਰੂ ਕੀਤਾ ਸੀ। ਇਸ ਪੈਕੇਜ ਦੇ ਵਿੱਚ 2.5 ਬਿਲੀਅਨ ਪਾਉਂਡਸ ਯਾਨੀ ਕਿ 3.2 ਬਿਲੀਅਨ ਡਾਲਰ ਆਉਂਦੇ 1 ਸਾਲ ਦੇ ਵਿੱਚ ਉਹਨਾਂ ਨੇ ਦੇਣਾ ਆ ਤੇ ਕਹਿੰਦੇ ਇਹ ਯੂਕੇ ਤੇ ਦੁਬਾਰਾ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਰਾਸ਼ੀ ਆ ਉਹ ਦਿੱਤੀ ਜਾ ਰਹੀ ਹੈਗੀ ਆ। ਇਸ ਤੋਂ ਪਹਿਲਾਂ 200 ਮਿਲੀਅਨ ਪਾਉਂਡ ਦੀ ਜਿਹੜੀ ਕਮਿਟਮੈਂਟ ਆ ਹਰ ਸਾਲ ਦੇਣ ਦੀ, ਉਸ ਤੋਂ ਕਾਫੀ ਵੱਧ ਜਿਹੜਾ ਉਹ ਦੇਖਿਆ ਜਾ ਰਿਹਾ ਆ। ਆਪਾਂ ਦੇਖ ਰਹੇ ਹਾਂ ਯੂਐਸ ਦੇ ਵਿੱਚ ਯੂਕਰੇਨ ਨੂੰ ਇਜ਼ਰਾਈਲ ਨੂੰ ਜਿਹੜੀ ਰਾਸ਼ੀ ਘੱਲਣ ਨੂੰ ਲੈ ਕੇ ਆਪਸ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਆ ਉਹ ਵੀ ਫਸੇ ਪਏ ਆ। ਅਮਰੀਕਾ ਦੇ ਵਿੱਚ ਯੂਕਰੇਨ ਨੂੰ ਰਾਸ਼ੀ ਘੱਲਣ ਦੇ ਲਈ ਓਵਰਆਲ ਜਿਹੜਾ ਸਹਿਯੋਗ ਲੋਕਾਂ ਦੇ ਵਿੱਚ ਉਹ ਘਟ ਰਿਹਾ ਸੀਗਾ, ਪਰ ਇਦਾਂ ਲੱਗ ਰਿਹਾ ਵੀ ਬਾਈਡਨ ਪ੍ਰਸ਼ਾਸਨ ਇਧਰੋਂ ਉਧਰੋਂ ਰਾਸ਼ੀ ਜਿਹੜੀ ਇਕੱਠੀ ਕਰਕੇ ਉਹਨਾਂ ਨੂੰ ਪਹੁੰਚਾਈ ਜਾ ਰਹੀ ਆ। ਯੂਕੇ ਨੇ ਵੀ ਆਪਣੇ ਪੱਧਰ ਦੇ ਉੱਤੇ ਰਿਕਾਰਡ ਤੋੜ ਜਿਹੜੀ ਇਸ ਟਾਈਮ ਆਰਥਿਕ ਮਦਦ ਤੇ ਮਿਲਟਰੀ ਮਦਦ ਉਹ ਯੂਕਰੇਨ ਵੱਲ ਨੂੰ ਘੱਲੀ ਹੈਗੀ ਆ। ਹੁਣ ਦੇਖਿਆ ਜਾਵੇ ਤਾਂ ਯੂਕੇ ਤੇ ਯੂਐਸ ਇਕੱਠੇ ਹੋ ਕੇ ਹਾਊਸਿਸ ਦੇ ਖਿਲਾਫ ਵੀ ਇਸ ਟਾਈਮ ਇਕਜੁੱਟ ਹੋ ਕੇ ਜਿਹੜੇ ਉਹ ਲੜ ਰਹੇ ਨੇ। ਸੋ ਦੇਖਣ ਵਾਲੀ ਗੱਲ ਆ। ਰਿਸ਼ੀ ਸੁਨਾਕ ਹੋਣਾ ਨੇ ਕਿਹਾ ਆ ਉੱਥੇ ਜਾ ਕੇ, ਕਹਿੰਦੇ ਵੀ ਅਸੀਂ ਇਸ ਤੋਂ ਪਰੇ ਤੁਰਨ ਵਾਲੇ ਨਹੀਂ, ਵੀ ਆਰ ਨਾਟ ਵਾਕਿੰਗ ਅਵੇ ਤੇ ਅਸੀਂ ਪੂਰੀ ਮਦਦ ਜਿਹੜੀ ਯੂਕਰੇਨ ਦੀ ਜਦੋਂ ਤੱਕ ਵੀ ਲੋੜ ਆ ਉਹ ਕਰਦੇ ਰਵਾਂਗੇ। ਤੇ ਕਹਿੰਦੇ ਇੱਕ ਵਾਰੀ ਫੇਰ ਅਸੀਂ ਦੁਨੀਆ ਨੂੰ ਸਿਗਨਲ ਦੇਣਾ ਚਾਹੁੰਦੇ ਆ ਵੀ ਯੂਕਰੇਨ ਇਕੱਲਾ ਨਹੀਂ ਹੈਗਾ, ਅਸੀਂ ਉਹਦੇ ਨਾਲ ਆ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੱਲੋਂ ਇਜ਼ਰਾਈਲ ਨੂੰ ਜੈਨੋਸਾਈਡ ਲਈ ਅਕਿਊਜ਼ ਕੀਤਾ ਗਿਆ ਹੈਗਾ। ਸਾਊਥ ਅਫਰੀਕਨ ਨੇ ਕੀਤਾ ਆ। ਉਹਦੇ ਸੰਬੰਧ ਦੇ ਵਿੱਚ ਯੂਐਨ ਦੇ ਵਿੱਚ ਜੋ ਇਹ ਹੀਅਰਿੰਗ ਵੀ ਚੱਲ ਰਹੀ ਹੈਗੀ ਆ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਹ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਕੋਰਟ ਹੈਗੀ ਆ, ਜਿੱਥੇ ਵੱਖ-ਵੱਖ ਮੁਲਕਾਂ ਦੇ ਵਿੱਚ ਕਿਸੇ ਦੇ ਨਾਲ ਧੱਕਾ ਹੁੰਦਾ ਆ ਉਹਦੇ ਬਾਰੇ ਜਿਹੜੀ ਆ ਹੀਅਰਿੰਗ ਹੁੰਦੀ ਆ। ਸੋ ਇਹਦਾ ਡਿਸੀਜਨ ਕੁਝ ਵੀ ਹੋਵੇ ਲਾਗੂ ਕਰਨਾ ਡਿਪੈਂਡ ਕਰਦਾ ਆ ਵੀ ਲਾਗੂ ਹੋ ਸਕਦਾ ਆ ਕਿ ਨਹੀਂ। ਸਾਊਥ ਅਫਰੀਕਾ ਨੇ ਅਕਿਊਜ਼ ਕੀਤਾ ਆ ਵੀ ਬਹੁਤ ਜ਼ਿਆਦਾ ਜਿਹੜਾ ਪੈਲਸਤੀਨੀਅਨ ਮੂਲ ਦੇ ਲੋਕ ਆ ਉਹਨਾਂ ਦਾ ਇਜ਼ਰਾਈਲ ਵੱਲੋਂ ਕਤਲੇਆਮ ਕੀਤਾ ਗਿਆ ਆ। ਪਰ ਇਜ਼ਰਾਈਲ ਵਾਲੇ ਕਹਿੰਦੇ ਆ ਵੀ ਸਾਊਥ ਅਫਰੀਕਾ ਨੇ ਸਾਰੇ ਜਿਹੜੇ ਫੈਕਟਸ ਆ ਉਹ ਡਿਸਟੋਰਟ ਕੀਤੇ ਆ। ਜਿਹੜੇ ਫੈਕਟਸ ਆ ਇਹ ਬਿਲਕੁਲ ਸਹੀ ਨਹੀਂ ਹੈਗੇ। ਕੁਛ ਕੁ ਜਿਹੜੇ ਲਾਇਰ ਆ ਉਹ ਮੈਂ ਉਹਨਾਂ ਨੂੰ ਸੁਣ ਰਿਹਾ ਸੀ, ਉਹਨੇ ਕਿਹਾ ਵੀ ਦੁਨੀਆ ਦੇ ਵਿੱਚ ਜਿਹੜੀ ਗਾਜ਼ਾ ਵਾਲਾ ਏਰੀਆ ਆ ਸਭ ਤੋਂ ਜ਼ਿਆਦਾ ਜਿਹੜਾ ਮੋਸਟ ਪੋਪੂਲੇਟਡ ਏਰੀਆ ਹੈਗਾ। ਉੱਥੇ ਬੰਬਾਰਮੈਂਟ ਦੇ ਨਾਲ ਪੂਰੇ ਦੀ ਪੂਰੀ ਜਿਹੜੀ ਪੋਪੂਲੇਸ਼ਨ ਆ
ਉਸ ਨੂੰ ਮੂਵ ਕਰ ਦਿੱਤਾ ਗਿਆ ਆ, ਮਾਰ ਦਿੱਤਾ ਗਿਆ ਹੈਗਾ। ਇਹ ਜਿਸ ਟਾਈਮ ਦੇ ਉੱਤੇ ਹੀਅਰਿੰਗ ਚੱਲ ਰਹੀ ਸੀ ICJ ਦੀ, ਉਸ ਟਾਈਮ ਦੇ ਉੱਤੇ ਪੈਲਸਟੀਨੀਅਨ ਮੂਲ ਦੇ ਲੋਕ ਜੋ ਆ ਬਾਹਰ ਬਿਲਡਿੰਗ ਦੇ, ਉਹਨਾਂ ਨੇ ਨੈਲਸਨ ਮੰਡੇਲਾ ਹੋਣਾ ਦੇ ਜੋ ਇਮੇजेस ਆ, ਉਹਨਾਂ ਦੀਆਂ ਪਿਕਚਰਸ ਫੜੀਆਂ ਹੋਈਆਂ ਸੀਆਂ। ਇਹ ਕਹਿੰਦੇ ਵੀ ਉਦਾਂ ਦਾ ਹੀ ਆ ਜੋ ਕੁਝ ਨੈਲਸਨ ਮੰਡੇਲਾ ਦੇ ਨਾਲ ਸਾਊਥ ਅਫਰੀਕਾ 'ਚ ਵਾਪਰਿਆ ਸੀ। ਤੇ ਕੁਛ ਮੀਟਰ ਦੂਰ ਜੋ ਇਜ਼ਰਾਈਲ ਦੇ ਸਪੋਰਟ ਵਾਲੇ ਹੈਗੇ ਆ, ਉਹਨਾਂ ਨੇ ਖਾਲੀ ਚੇਅਰਾਂ ਰੱਖੀਆਂ ਹੋਈਆਂ ਸੀਆਂ 130 ਦੇ ਕਰੀਬ, ਜੋ ਸ਼ੋਅ ਕਰਦੀਆਂ ਵੀ 130 ਹੋਸਟੇਜ ਹਜੇ ਵੀ ਹਮਾਸ ਦੇ ਕੋਲ ਹੈਗੇ ਆ। ਸਾਊਥ ਅਫਰੀਕਾ ਨੇ ਕਿਹਾ ਵੀ ਇਜ਼ਰਾਈਲ 1948 ਦਾ ਜੋ ਜੈਨੋਸਾਈਡ ਕਨਵੈਨਸ਼ਨ ਆ, ਉਹਦੇ ਮੁਤਾਬਕ ਵਾਇਲੇਸ਼ਨ ਕਰ ਰਿਹਾ ਆ। ਇਨੋਸੈਂਟ ਲੋਕਾਂ ਨੂੰ ਬੰਬਾਂ ਦੇ ਨਾਲ ਜਿਹੜਾ ਆ ਉਹ ਮਾਰ ਰਿਹਾ ਹੈਗਾ। 7 ਅਕਤੂਬਰ ਨੂੰ ਜਦੋਂ ਹਮਾਸ ਦੇ ਗਨਮੈਨ ਇਜ਼ਰਾਈਲ ਦੇ ਵਿੱਚ ਜਾ ਕੇ ਉਹਨਾਂ ਨੇ 1300 ਤੋਂ ਵੱਧ ਲੋਕਾਂ ਨੂੰ ਮਾਰਿਆ, 250 ਦੇ ਕਰੀਬ ਲੋਕਾਂ ਨੂੰ ਹੋਸਟੇਜ ਲਿਆ। ਉਸ ਤੋਂ ਬਾਅਦ ਜੋ ਇਜ਼ਰਾਈਲ ਵੱਲੋਂ ਬੰਬਾਰਡਮੈਂਟ ਕੀਤੀ ਜਾ ਰਹੀ ਆ, ਉਸ ਦੇ ਨਾਲ ਅੱਜ ਤੱਕ 23,350 ਲੋਕ ਪੈਲਸਟੀਨੀਅਨ ਮੂਲ ਦੇ ਮਾਰੇ ਜਾ ਚੁੱਕੇ ਆ, ਜਿਨ੍ਹਾਂ ਦੇ ਵਿੱਚ ਬਹੁਤੀਆਂ ਬੀਬੀਆਂ ਆ ਤੇ ਬੱਚੇ ਹੈਗੇ ਆ। ਇਹ ਇਜ਼ਰਾਈਲ ਵਾਲਿਆਂ ਨੇ ਮਾਰੇ ਹੈਗੇ ਆ। ਸੋ ਇਹ ਜੋ ਹੀਅਰਿੰਗ ਇਸ ਟਾਈਮ ਦੇ ਉੱਤੇ ਚੱਲ ਰਹੀ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਜੀ ਇਹ ਬਹੁਤ ਹੀ ਇੰਪੋਰਟੈਂਟ ਆ, ਹਿਸਟੋਰੀਕਲ ਇਵੈਂਟ ਆ, ਜਿਹਦੇ ਵਿੱਚ ਸ਼ਰੇਆਮ ਜਿਹੜਾ ਆ ਇਜ਼ਰਾਈਲ ਦੇ ਉੱਤੇ ਜੈਨੋਸਾਈਡ ਕਰਨ ਦਾ ਜਿਹੜਾ ਉਹਨਾਂ ਦੇ ਉੱਤੇ ਐਕੂਜੇਸ਼ਨ ਲਾਏ ਗਏ ਹੈਗੇ ਆ ਸਾਊਥ ਅਫਰੀਕਾ ਵੱਲੋਂ। ਇਜ਼ਰਾਈਲ ਨੇ ਇਹਨਾਂ ਸਾਰੇ ਐਕੁਜੀਸ਼ਨ ਨੂੰ, ਇਹਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਆ ਵੀ, ਕਹਿੰਦੇ ਵੀ ਅਸੀਂ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਕੰਪਲਾਈ ਕਰ ਰਹੇ ਹਾਂ, ਤੇ ਜੇ ਜੈਨੋਸਾਈਡ ਦੀ ਰੂਲਿੰਗ ਅੱਜ ਦੇ ਜਿਹੜੇ ਇਸ ਕੇਸ ਦੇ ਵਿੱਚ ਆਉਂਦੀ ਆ, ਤਾਂ ਇੱਕ ਦੁਨੀਆ ਦੇ ਲਈ ਬੈਡ ਪ੍ਰੈਸੀਡੈਂਟ ਜਿਹੜਾ ਆ ਉਹ ਸਾਬਤ ਹੋਵੇਗਾ। ਸੋ ਸਾਊਥ ਅਫਰੀਕਾ ਨੇ 80 ਪੇਜਾਂ ਤੋਂ ਵੱਧ ਦੀ ਰਿਪੋਰਟ ਦਾਇਰ ਕਰਕੇ ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਭਾਈ ਇਸ ਟਾਈਮ ਇਜ਼ਰਾਈਲ ਉੱਥੇ ਜੈਨੋਸਾਈਡ, ਕਤਲੇਆਮ ਜਿਹੜਾ ਆ ਉਹ ਕਰ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਇੱਕ ਹੋਰ ਫਰੰਟ ਦੇ ਉੱਤੇ ਜਿਹੜੀ ਚੇਤਾਵਨੀ ਜਾਂ ਕਹਿ ਲਓ ਵੀ ਸਿੰਘ ਜਿਹੜੇ ਉਹ ਫਸ ਸਕਦੇ ਆ। ਇਸ ਵਾਰ ਮਾਮਲਾ ਜਿਹੜਾ ਉਹ ਬਣਨ ਜਾ ਰਿਹਾ ਆ ਤਾਈਵਾਨ ਦੀਆਂ ਇਲੈਕਸ਼ਨਸ ਨੂੰ ਲੈ ਕੇ। ਚਾਈਨਾ ਆਪਣਾ ਦਬਦਬਾ ਤਾਈਵਾਨ ਦੇ ਉੱਤੇ ਕਾਇਮ ਰੱਖਣਾ ਚਾਹੁੰਦਾ ਹੈ। ਚਾਈਨਾ ਦੇ ਜਿਹੜਾ ਆ ਉਹਨਾਂ ਨੇ ਉੱਥੇ ਜਿਹੜੇ ਪ੍ਰੋਟੈਸਟ ਵੀ ਹੁੰਦੇ ਸੀਗੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚਿਰ ਜਿਹੜਾ ਉਹ ਦੱਬਿਆ ਹੈਗਾ ਆ। ਉਧਰ ਇਲੈਕਸ਼ਨ ਹੋ ਕੇ ਤਾਈਵਾਨ ਦੇ ਵਿੱਚ ਨਵਾਂ ਉਹਨਾਂ ਦਾ ਜਿਹੜਾ ਲੀਡਰ ਆ ਉਹ ਚੁਣਿਆ ਜਾਣਾ ਆ। ਉੱਥੇ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਆ ਉਹ ਵੀ ਜਿਹੜੀ ਉਹ ਚੁਣੀ ਜਾਣੀ ਹੈਗੀ ਆ। ਪਰ ਚਾਈਨਾ ਆਪਣਾ ਕੰਟਰੋਲ ਚਾਹੁੰਦਾ ਆ, ਤੇ ਅਮਰੀਕਾ ਜਿਹੜਾ ਤਾਈਵਾਨ ਨੂੰ ਕਿਤੇ ਨਾ ਕਿਤੇ ਪੂਰੀ ਹਮਾਇਤ ਦਿੰਦਾ ਆ, ਤੇ ਉਹ ਇਸ ਨੂੰ ਇੱਕ ਵੱਖਰੇ ਮੁਲਕ ਦੇ ਤੌਰ ਦੇ ਉੱਤੇ ਜਿਹੜਾ ਉਹ ਵੀ ਦਰਜਾ ਇੱਕ ਹਿਸਾਬ ਦੇ ਨਾਲ ਦੇ ਰਿਹਾ ਹੈਗਾ ਆ। ਸੋ US ਦਾ ਰਿਲੇਸ਼ਨ ਆਲਰੇਡੀ ਚੀਨ ਦੇ ਨਾਲ ਬਹੁਤਾ ਚੰਗਾ ਜਿਹੜਾ ਉਹ ਨਹੀਂ ਚੱਲ ਰਿਹਾ, ਤੇ ਕਹਿੰਦੇ ਇੱਕ ਹੋਰ ਨਵੇਂ ਟੈਸਟ ਦੇ ਵਜੋਂ, ਚੁਣੌਤੀ ਦੇ ਵਜੋਂ ਇਹ ਤਾਈਵਾਨ ਦੀਆਂ ਜਿਹੜੀਆਂ ਇਲੈਕਸ਼ਨਸ ਆ ਉਸ ਨੂੰ ਦੇਖਿਆ ਜਾਵੇਗਾ। ਚਾਈਨਾ ਨੂੰ ਡਰ ਆ ਵੀ ਸ਼ਨੀਚਰਵਾਰ ਦੀਆਂ ਜਿਹੜੀਆਂ ਇਲੈਕਸ਼ਨ ਹੋਣੀਆਂ ਆ, ਵੀ ਜੇ ਉਹਦਾ ਫਰੰਟ ਰਨਰ ਜਿੱਤਦਾ ਆ ਤਾਂ ਉਹ ਆਪਣੇ ਕਦਮ ਆਜ਼ਾਦੀ ਵੱਲ ਨੂੰ ਜਿਹੜੇ ਉਹ ਵਧਾਉਣਗੇ, ਜੋ ਕਿ ਉੱਥੇ ਬਹੁਤੇ ਲੋਕਾਂ ਦੀ, ਤਾਈਵਾਨ ਦੇ ਲੋਕਾਂ ਦੀ ਮੰਗ ਆ ਵੀ ਸਾਨੂੰ ਚੀਨ ਦੇ ਇਨਫਲੂਐਂਸ ਤੋਂ ਪਰੇ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਵਾਸ਼ਿੰਗਟਨ ਕਹਿ ਰਿਹਾ ਆ ਵੀ ਉਹ ਤਾਈਪਈ ਜਿਹੜੀ ਰਾਜਧਾਨੀ ਆ ਤਾਈਵਾਨ ਦੀ, ਤੇ ਬੀਜਿੰਗ ਜਿਹੜੀ ਚਾਈਨਾ ਦੀ ਰਾਜਧਾਨੀ ਆ, ਉਹਨਾਂ ਦੋਨਾਂ ਦੇ ਨਾਲ ਮਿਲ ਕੇ ਜਿਹੜਾ ਆ ਉਹ ਕੰਮ ਕਰਨ ਨੂੰ ਵੀ ਜਿਹੜਾ ਉਹ ਤਿਆਰ ਆ, ਤਾਂ ਜੋ ਉੱਥੇ ਜਿਹੜੀਆਂ ਟੈਨਸ਼ਨਾਂ ਆ ਉਹ ਹੋਰ ਜ਼ਿਆਦੀਆਂ ਨਾ ਵਧਣ। ਕਹਿੰਦੇ ਵੀ ਜਿਹੜਾ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿੱਤਦਾ ਆ ਉਸ ਦੇ ਕੋਈ ਵੀ ਜਿੱਤੇ, ਅਸੀਂ ਦੋਨਾਂ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਆ। ਪਰ ਅੰਦਰ ਖਾਤੇ ਜਿਹੜੇ ਚਾਈਨਾ ਵਾਲੇ ਆ ਜਿਹੜੇ ਅਮਰੀਕਾ ਵਾਲੇ ਆ, ਉਹ ਤਾਈਵਾਨ ਦੇ ਹੱਕ ਦੇ ਵਿੱਚ ਭੁਗਤਣਾ ਚਾਹੁੰਦੇ ਆ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਇੱਕ ਗੈਰ ਅਧਿਕਾਰਤ ਡੈਲੀਗੇਸ਼ਨ ਜਿਹੜੇ ਸਾਬਕਾ ਸੀਨੀਅਰ ਅਧਿਕਾਰੀਆਂ ਦਾ ਬਣਿਆ ਹੋਇਆ ਆ, ਉਹਨਾਂ ਨੂੰ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਜਲਦ ਹੀ ਤਾਈਵਾਨ ਘੱਲਣ ਬਾਰੇ ਜਿਹੜਾ ਉਹ ਸੋਚ ਰਹੇ ਆ। US ਦੇ ਕੋਈ ਅਧਿਕਾਰਤ ਸੰਬੰਧ ਤਾਈਵਾਨ ਦੇ ਨਾਲ ਨਹੀਂ ਹੈਗੇ, ਪਰ ਇੱਕ ਅਫੀਸ਼ੀਅਲ ਡੈਲੀਗੇਸ਼ਨ ਨੂੰ ਉੱਥੇ ਘੱਲਣਾ, ਉਹਦੇ ਨਾਲ ਚੀਨ ਵਾਲੇ ਜਿਹੜੇ ਉਹ ਗੁੱਸੇ ਦੇ ਵਿੱਚ ਆ ਸਕਦੇ ਆ। ਯਾਦ ਹੋਣਾ ਆ ਕੁਛ ਵਰੇ ਪਹਿਲਾਂ ਜਦੋਂ ਨੈਂਸੀ ਪਲੋਸੀ ਆ ਉਹ ਵੀ ਅਚਨਚੇਤੇ ਇੱਥੇ ਇਸ ਆਈਲੈਂਡ ਦੇ, ਇਸ ਟਾਪੂ ਦੇ ਦੌਰੇ ਦੇ ਉੱਤੇ ਗਏ ਸੀ, ਜਿਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਕਾਫੀ ਜ਼ਿਆਦਾ ਅਮਰੀਕਾ ਤੇ ਚੀਨ ਦੇ ਦਰਮਿਆਨ ਜਿਹੜੇ ਸੰਬੰਧ ਨੇ ਉਹ ਵਿਗੜੇ ਸੀ।
ਆਰਕੀਓਲੋਜਿਸਟ ਨੇ ਇੱਕ ਲੋਸਟ ਵੈਲੀ ਲੱਭੀ ਹੈਗੀ ਆ ਐਂਸ਼ੀਅੰਟ ਸਿਟੀ ਐਮਾਜ਼ਨ ਰੇਨ ਫੋਰੈਸਟ ਦੇ ਵਿੱਚ। ਬਹੁਤ ਪੁਰਾਣਾ ਜਿਹੜਾ ਸ਼ਹਿਰ ਆ, ਕਹਿੰਦੇ ਜੋ 2000 ਸਾਲ ਪੁਰਾਣਾ ਹੋ ਸਕਦਾ ਆ, ਐਮਾਜ਼ਨ ਦੇ ਜਿਹੜੇ ਰੇਨ ਫੋਰੈਸਟ ਆ ਉਹਦੇ ਵਿੱਚ। ਕਹਿੰਦੇ 10,000 ਦੇ ਕਰੀਬ ਫਾਰਮਰਸ ਇਸ ਸ਼ਹਿਰ ਦੇ ਵਿੱਚ ਰਹਿੰਦੇ ਸੀ। ਬੜੇ ਹੈਰਾਨੀਜਨਕ ਜਿਹੜੇ ਨਤੀਜੇ ਉੱਥੋਂ ਆਏ ਆ। ਮੈਪਿੰਗ ਕੀਤੀ ਗਈ ਆ ਲੇਜ਼ਰ ਸੈਂਸਰ ਟੈਕਨੋਲੋਜੀ ਦੇ ਨਾਲ। ਜੇ ਤੋਂ ਪਤਾ ਚੱਲਿਆ ਵੀ ਇਹ ਜਿਹੜਾ ਸ਼ਹਿਰ ਸੀ ਵਸਾਇਆ 10,000 ਤੋਂ ਵੱਧ ਕਿਸਾਨਾਂ ਨੇ। ਇਹ ਕਹਿੰਦੇ ਵੀ ਘਰ ਸੀ, ਘਰਾਂ ਦੇ ਆਲੇ ਦੁਆਲੇ ਖੇਤ ਸੀ, ਖੇਤਾਂ ਤੋਂ ਬਾਅਦ ਉੱਥੋਂ ਨਹਿਰਾਂ ਵੀ ਕੱਢੀਆਂ ਹੋਈਆਂ ਸੀ, ਤੇ ਸੜਕਾਂ ਕਹਿੰਦੇ 33 ਫੁੱਟ ਚੌੜੀ ਸੜਕ ਇੱਕ ਲੱਭੀ ਹੈਗੀ ਆ, ਲਾਰਜੈਸਟ ਰੋਡ ਉਸ ਟਾਈਮ ਦੇ ਉੱਤੇ। ਦੇਖ ਲਓ ਵੀ ਇੰਨੇ ਹਜ਼ਾਰ ਸਾਲ ਪਹਿਲਾਂ, ਤੇ 6 ਤੋਂ ਲੈ ਕੇ 12 ਮੀਲ ਲੰਮੀ, 33 ਫੁੱਟ ਚੌੜੀ। ਸੋ ਕਹਿੰਦੇ ਵੀ 10,000 ਪੋਪੂਲੇਸ਼ਨ ਹੋ ਸਕਦੀ ਆ ਇੱਕ ਟਾਈਮ ਦੇ ਉੱਤੇ। 15 ਤੋਂ 30,000 ਵੀ ਪੋਪੂਲੇਸ਼ਨ ਉੱਥੇ ਸੀ। ਆਰਕੀਓਲੋਜਿਸਟ ਐਂਟੋਨੀਓ ਡੋਰਿਸਨ ਇੱਕ ਫ੍ਰੈਂਚ ਇੰਸਟੀਚਿਊਟ ਦੇ ਆ, ਉਹਨਾਂ ਨੇ ਦੱਸਿਆ ਹੈਗਾ। ਯੂਨੀਵਰਸਿਟੀ ਆਫ ਫਲੋਰੀਡਾ ਦੇ ਆਰਕੀਓਲੋਜਿਸਟ ਮਾਈਕਲ ਹੈਕਨਬਰਗਰ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਅਸੀਂ ਇਹ ਸਟੱਡੀ ਕੀਤੀ ਆ ਇਹਦੇ ਵਿੱਚ ਪਤਾ ਲੱਗਦਾ ਵੀ ਕਿੱਦਾਂ ਉਹ ਸੰਘਣੀ ਬਸੋਂ ਵਾਲੇ ਏਰੀਏ ਦੇ ਵਿੱਚ ਇਹ ਸੁਸਾਇਟੀ ਪੂਰੀ ਰਹਿੰਦੀ ਸੀ। ਸੋ ਕਾਫੀ ਲੰਮਾ ਸਮਾਂ ਪਹਿਲਾਂ, ਦੇਖ ਲਓ ਵੀ 2000 ਸਾਲ ਪਹਿਲਾਂ ਜੋ ਇੱਥੇ ਪੂਰੇ ਦਾ ਪੂਰਾ ਪਿੰਡ ਵਸਿਆ ਹੋਇਆ ਸੀ। 33 ਫੁੱਟ ਚੌੜੀ ਉਹਦੀ ਸੜਕ ਵੀ ਬਣਾਈ ਹੋਈ ਸੀ। ਅੱਜ ਦੇ ਜੋ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕੰਪੇਅਰ ਕਰਕੇ ਦੇਖੀਏ ਤੇ ਅੱਜ ਤੋਂ 2000 ਸਾਲ ਪਹਿਲਾਂ ਵੀ ਜਿਹੜੇ ਉਸ ਟਾਈਮ ਦੇ ਉੱਤੇ ਲੋਕ ਰਹਿੰਦੇ ਸੀ, ਉਹ ਉਹਨਾਂ ਦੇ ਕੋਲ ਕਿੱਦਾਂ ਦੀ ਜਿਹੜੀ ਉਹਨਾਂ ਦੇ ਗੁਣ ਹੋਊਗੇ ਜੋ ਉਹਨਾਂ ਨੇ ਸਾਰਾ ਕੁਝ ਕੀਤਾ ਹੋਇਆ ਸੀ। ਸਾਇੰਟਿਸਟ ਨੇ ਜੋ ਰੇਨ ਫੋਰੈਸਟ ਸੁਸਾਇਟੀਜ਼ ਆ ਇਕਵਾਡੋਰ ਦੇ ਵਿੱਚ ਹੈਗੀਆਂ, ਬੋਲੀਵੀਆ, ਬ੍ਰਾਜ਼ੀਲ ਚ, ਉੱਥੇ ਕਾਫੀ ਜ਼ਿਆਦਾ ਜੋ ਡਿਗਿੰਗ ਕਰ ਰਹੇ ਆ, ਸਰਚ ਕਰ ਰਹੇ ਹੈਗੇ ਆ ਵੀ ਪੁਰਾਣੀ ਸਭਿਅਤਾ, ਪੁਰਾਣੇ ਲੋਕ ਕਿੱਥੇ ਕਿੱਥੇ ਰਹਿੰਦੇ ਸੀ। ਜੀ, ਇੱਕ ਹੋਰ ਇੱਕ ਛੋਟੀ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ। ਇਸ ਟਾਈਮ ਕਈ ਜਿਹੜੇ ਸਟੂਡੈਂਟ ਲੋਨਸ ਆ ਉਹ ਮਾਫੀ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਕੀ ਆ ਉਸ ਬਾਰੇ ਲੇਟੈਸਟ? ਨਿਆਣਿਆਂ ਨੂੰ ਜਿਹੜਾ ਭੋਜਨ ਮਿਲਦਾ ਆ ਇੱਥੇ, ਉਸ ਨੂੰ ਲੈ ਕੇ ਕੁਝ ਜਿਹੜੇ ਸੂਬਿਆਂ ਦੇ ਗਵਰਨਰਸ ਆ ਉਸ ਨੂੰ ਬੰਦ ਕਰ ਰਹੇ ਆ। ਕੀ ਹੈ ਪੂਰਾ ਮਾਜਰਾ? ਆਪਾਂ ਗੱਲਬਾਤ ਕਰਾਂਗੇ ਬ੍ਰੇਕ ਤੋਂ ਬਾਅਦ 'ਚ।
ब्रेक तो बाद एक फिर आप सबका स्वागत है। सो जो प्रोग्राम चल रहा है जी इस टाइम अपडेट अमेरिका हरजोत सिंह जी जी ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵਧੀਏ, ਬਾਈਡਨ ਪ੍ਰਸ਼ਾਸਨ ਨੇ ਅਚਨਚੇਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਦੁਆਰਾ ਬਹੁਤ ਸਾਰੇ ਜਿਹੜੇ ਲੋਨਸ ਆ, ਫੈਡਰਲ ਸਟੂਡੈਂਟ ਲੋਨਸ ਆ, ਉਹਨਾਂ ਨੂੰ ਮਾਫ ਕਰਨ ਨੂੰ ਫਾਸਟ ਟਰੈਕ ਕਰ ਦਿੱਤਾ ਆ। ਪਹਿਲਾਂ ਇਹਨਾਂ ਨੇ ਸੋਚਿਆ ਸੀਗਾ ਵੀ ਇਹ ਜਿਹੜੇ ਲੋਨਸ ਆ ਉਹ ਜੁਲਾਈ ਮਹੀਨੇ ਦੇ ਵਿੱਚ ਮਾਫ ਹੋਣਗੇ, ਪਰ ਇਹ ਅਗਲੇ ਮਹੀਨੇ ਤੋਂ ਮਾਫ ਹੋ ਸਕਦੇ ਆ। ਸਾਡੇ ਜਿਹੜੇ ਵੀ ਸਰੋਤੇ ਦਰਸ਼ਕ ਜਿਨ੍ਹਾਂ ਨੇ ਸਰਕਾਰ ਤੋਂ ਫੈਡਰਲ ਸਟੂਡੈਂਟ ਲੋਨਸ ਲਏ ਆ, ਉਹ ਬਹੁਤ ਧਿਆਨ ਦੇ ਨਾਲ ਇਸ ਪੂਰੀ ਖਬਰ ਨੂੰ ਸੁਣਨ। ਕਹਿੰਦੇ ਚਾਹੇ ਅੰਡਰ ਗ੍ਰੈਜੂਏਟ ਜਾਂ ਗ੍ਰੈਜੂਏਟ ਸਟੂਡੈਂਟ ਜਿਨ੍ਹਾਂ ਨੇ $21,000 ਤੋਂ ਘੱਟ ਲੋਨ ਲਏ ਆ ਫੈਡਰਲ ਸੰਸਥਾਵਾਂ ਤੋਂ, ਉਹਨਾਂ ਦੇ ਲੋਨ ਜਿਹੜੇ ਉਹ ਅਰੇਂਜ ਕੀਤੇ ਜਾ ਸਕਦੇ, ਮਾਫ ਕੀਤੇ ਜਾ ਸਕਦੇ ਆ, ਬਸ਼ਰਤੇ ਤੁਸੀਂ ਇੱਕ ਬਾਈਡਨ ਪ੍ਰਸ਼ਾਸਨ ਦਾ ਸੇਵ ਪ੍ਰੋਗਰਾਮ ਆ SAVE ਉਹਦੇ ਵਿੱਚ ਤੁਸੀਂ ਅਨਰੋਲ ਕੀਤਾ ਹੋਵੇ। ਇਹਦਾ ਮੈਥ ਕੀ ਆ, ਹਿਸਾਬ ਕਿਤਾਬ ਕੀ ਆ, ਉਹ ਜੇ ਆਪਾਂ ਦੱਸਦੇ ਜਾਈਏ, ਜੇ ਕਿਸੇ ਨੇ 12,000 ਜਾਂ ਉਸ ਤੋਂ ਘੱਟ ਜਿਹੜੀ ਰਾਸ਼ੀ ਲਈ ਸੀ ਤੇ ਉਹਨੂੰ 10 ਸਾਲ ਹੋ ਗਏ ਆ ਰੀਪੇਮੈਂਟਸ ਕਰਦਿਆਂ ਨੂੰ, ਤਾਂ ਆਟੋਮੈਟਿਕਲੀ ਅਗਲੇ ਮਹੀਨੇ ਉਹਨਾਂ ਦੇ ਜਿਹੜਾ ਬਕਾਇਆ ਆ ਉਹ ਮਾਫ ਕਰ ਦਿੱਤਾ ਜਾਊਗਾ, ਇਰੇਜ਼ ਕਰ ਦਿੱਤਾ ਜਾਊਗਾ। ਪਰ ਐਜ਼ ਲੌਂਗ ਐਜ਼ ਤੁਸੀਂ ਪਹਿਲਾਂ ਬਾਈਡਨ ਪ੍ਰਸ਼ਾਸਨ ਦੇ ਜਿਹੜੇ ਨਵੇਂ ਇਨਕਮ ਬੇਸਡ ਰੀਪੇਮੈਂਟ ਪਲਾਨ, ਜਿਸ ਨੂੰ ਸੇਵ ਆਖਿਆ ਜਾਂਦਾ ਆ, ਉਸ ਦੇ ਵਿੱਚ ਅਨਰੋਲ ਕੀਤਾ ਹੋਵੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਆ ਵੀ ਜਿਉਂ-ਜਿਉਂ $1,000 ਇਸ ਦੇ ਵਿੱਚ ਤੁਸੀਂ ਵਾਧਾ ਕਰਦੇ ਆ, ਜਿੱਦਾਂ 13,000 ਆ ਜੇ ਉਹਨੂੰ 11 ਸਾਲ ਹੋ ਗਏ ਆ, ਇਸੇ ਤਰੀਕੇ ਦੇ ਨਾਲ 14,000 ਆ ਉਸ ਨੂੰ 12 ਸਾਲ ਹੋ ਗਏ ਆ, ਉਹਨਾਂ ਦੀਆਂ ਜਿਹੜੀਆਂ ਰੀਪੇਮੈਂਟਸ ਆ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਮਾਫ ਕੀਤਾ ਜਾ ਸਕਦਾ ਹੈ। US ਐਜੂਕੇਸ਼ਨ ਡਿਪਾਰਟਮੈਂਟ ਨੇ ਜਿਹੜੀ ਪਾਲਿਸੀ ਆ ਇਹ ਉਸ ਨੂੰ ਬੇਸ ਕੀਤਾ ਹੈਗਾ ਆ ਸਟੂਡੈਂਟ ਜਿਨ੍ਹਾਂ ਨੇ ਇਨੀਸ਼ੀਅਲੀ ਬੋਰੋ ਕੀਤਾ ਸੀਗਾ, ਨਾ ਕਿ ਜਿਹੜਾ ਅਮਾਊਂਟ ਉਹ ਇਸ ਟਾਈਮ ਉਹ ਕਰਦੇ ਆ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਇੰਨੇ ਡਾਲਰ ਜਿਹੜੇ ਆ ਉਹ ਫੈਡਰਲ ਲੋਨਸ ਦੇ ਸਟੂਡੈਂਟ ਲੋਨਸ ਦੇ ਤੌਰ ਦੇ ਉੱਤੇ ਲਏ ਆ। ਬਾਈਡਨ ਪ੍ਰਸ਼ਾਸਨ ਨੇ ਆਪਣੇ ਇਹਨਾਂ 3 ਸਾਲਾਂ ਦੇ ਕਾਰਜਕਾਲ ਦੇ ਵਿੱਚ ਬਿਲੀਅਨਸ ਆਫ ਡਾਲਰ ਦੇ ਤੇ ਮਿਲੀਅਨਸ ਆਫ ਜਿਹੜੇ ਸਟੂਡੈਂਟ ਲੋਨ ਬੋਰਵਰਸ ਆ ਉਹਨਾਂ ਦੇ ਆਈਦਰ ਕਰਜ਼ਿਆਂ ਨੂੰ ਘਟਾਇਆ ਆ ਤੇ ਕਈਆਂ ਦਾ ਜਿਹੜਾ ਉਹ ਮਾਫ
ਕਰ ਦਿੱਤਾ ਆ। ਡਿਪਾਰਟਮੈਂਟ ਦੀਆਂ ਜਿਹੜੀਆਂ ਲੋਨ ਫॉरगिवनेसेस ਦੇ ਵਿੱਚ ਇੱਕ ਟਾਈਮ ਦੇ ਉੱਤੇ ਪਹਿਲਾਂ 20 ਸਾਲ ਜਾਂ ਉਸ ਤੋਂ ਵੱਧ ਜੇ ਕਿਸੇ ਨੂੰ ਹੋ ਗਿਆ ਹੁੰਦਾ ਸੀ ਰੀਪੇਮੈਂਟ ਕਰਦਿਆਂ, ਉਹਨਾਂ ਦੀ ਮਾਫੀ ਦੀ ਇੱਕ ਮੱਦ ਸੀਗੀ, ਪਰ ਇਹ ਉਹਨਾਂ ਨੇ ਹੁਣ ਘਟਾ ਕੇ ਇੱਕ ਹਿਸਾਬ ਦੇ ਨਾਲ 10 ਸਾਲ ਦੇ ਉੱਤੇ ਲੈ ਆਂਦੀ ਆ, ਬਸ਼ਰਤੇ ਤੁਹਾਡਾ 12,000 ਜਾਂ ਡਾਲਰ ਜਾਂ ਉਸ ਤੋਂ ਘੱਟ ਦੀ ਜਿਹੜੀ ਰਾਸ਼ੀ ਆ ਉਹ ਫੈਡਰਲ ਸਟੂਡੈਂਟ ਲੋਨਸ ਦੀ ਹੋਵੇ। ਪਰ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਜਿਹੜਾ ਜੁਲਾਈ 'ਚ ਚਾਲੂ ਕਰਨਾ ਸੀ, ਇਹ ਹੁਣੇ ਤੋਂ ਹੀ ਅਗਲੇ ਮਹੀਨੇ ਤੋਂ ਚਾਲੂ ਕਰ ਰਹੇ ਆ। 2023 ਦੇ ਵਿੱਚ ਟੈਕ ਲੇ ਆਫ ਬਹੁਤ ਵੱਡੀ ਗਿਣਤੀ 'ਚ ਹੋਏ ਆ। ਹੁਣ ਤੱਕ ਦੇ ਜੋ ਫਿਗਰਸ ਆਏ ਆ, 4 ਲੱਖ ਤੋਂ ਵੱਧ ਟੈਕਨੋਲੋਜੀ ਨਾਲ ਰਿਲੇਟਡ ਜੌਬਸ 2023 ਚ ਲੇ ਆਫ ਹੋਈਆਂ। ਕਹਿੰਦੇ ਵੀ 2024 ਦੇ ਵਿੱਚ ਇਦਾਂ ਦਾ ਹੋ ਸਕਦਾ ਆ, ਜੋ ਸ਼ੁਰੂਆਤ ਹੋਈ ਆ ਇਸ ਤੋਂ ਇਹੀ ਲੱਗ ਰਿਹਾ ਹੈਗਾ। Amazon, Discord, Duolingo, Google 2024 ਦੇ ਵਿੱਚ ਆਲਰੇਡੀ ਇਹਨਾਂ ਨੇ ਲੇ ਆਫ ਕਰਨੇ ਲੋਕਾਂ ਨੂੰ ਸ਼ੁਰੂ ਕਰ ਦਿੱਤਾ ਹੈ। Duolingo ਕੰਪਨੀ ਨੇ 10% ਦੇ ਕਰੀਬ ਕੰਟਰੈਕਟਰਸ ਲੇ ਆਫ ਕੀਤੇ ਆ। ਟਵਿਚ ਨੇ 500 ਦੇ ਕਰੀਬ ਕੀਤੇ ਹੈਗੇ। Amazon ਨੇ ਵੀ ਹੰਡਰਡਸ ਆਫ EMPLOYEES ਲੇ ਆਫ ਕੀਤੇ ਆ। Google ਨੇ ਵੀ 750 ਦੇ ਕਰੀਬ, ਫਿਟਬਿਟ, ਡਿਸਕॉर्ड, ਇਹ ਸਾਰੀਆਂ ਕੰਪਨੀਆਂ ਨੇ ਜੋ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ 2024 ਚ ਲੋਕਾਂ ਨੂੰ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ ਹੈਗਾ। layoffs.fyi ਦੇ ਸਾਈਟ ਦੇ ਮੁਤਾਬਕ ਟੈਕ ਇੰਡਸਟਰੀ ਚ 4500 ਜੌਬਸ ਹੁਣ ਤੱਕ, ਕੱਲ ਤੱਕ ਜਾਨੀ ਕਿ ਲੇ ਆਫ ਲੋਕ ਹੋ ਚੁੱਕੇ ਹੈਗੇ ਆ। 2022 ਤੇ 2023 ਦੇ ਵਿੱਚ ਟੋਟਲ 4 ਲੱਖ ਤੋਂ ਵੱਧ ਲੋਕ ਜੋ ਆ ਉਹ ਲੇ ਆਫ ਹੋਏ ਸੀ। ਦੂਸਰੇ ਪਾਸੇ ਅੱਜ ਸਿਟੀ ਗਰੁੱਪ ਨੇ ਅਨਾਉਂਸਮੈਂਟ ਕਰਕੇ ਬਹੁਤ ਸਾਰੇ ਲੋਕਾਂ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ। ਸਿਟੀ ਗਰੁੱਪ ਕਹਿੰਦਾ ਵੀ 20,000 ਜੌਬ ਕੱਟਸ ਹੋਣਗੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ। ਕਹਿੰਦੇ ਭਈ ਜੋ ਲਾਸਟ ਕੁਆਟਰ ਸੀਗਾ ਉਹਨਾਂ ਦਾ, ਉਹ ਵਨ ਆਫ ਦਾ ਵਰਸਟ ਕੁਆਟਰ ਸੀ 15 ਸਾਲਾਂ ਦੇ ਵਿੱਚ। ਬੈਂਕ ਨੇ 1.8 ਬਿਲੀਅਨ ਡਾਲਰ ਚੌਥੇ ਕੁਆਟਰ ਦੇ ਵਿੱਚ ਲੂਜ਼ ਕੀਤਾ ਹੈਗਾ। ਸੋ ਉਹਨੂੰ ਦੇਖਦੇ ਹੋਏ ਉਹ ਕਹਿੰਦੇ ਵੀ 20,000 ਦੇ ਕਰੀਬ ਜੋ ਜੌਬਸ ਆ ਉਹ 2024, 25 ਤੇ 26 ਤੱਕ ਉਹ ਕੱਟ ਕਰਨ ਜਾ ਰਹੇ ਹੈਗੇ। ਜੀ, ਅਗਲੀ ਗੱਲ ਕਰਦੇ ਜੀ, 15 ਜੀਓਪੀ ਦੇ ਜਿਹੜੇ ਗਵਰਨਰਸ ਆ ਉਹ ਇਸ ਟਾਈਮ ਜਿਹੜੇ ਫੂਡ ਏਡ ਪ੍ਰੋਗਰਾਮ ਜਿਹੜਾ ਕਿ ਤਕਰੀਬਨ 8 ਮਿਲੀਅਨ ਬੱਚਿਆਂ ਨੂੰ ਜਿਹੜਾ ਉਹ ਮਿਲਦਾ ਆ, ਉਸ ਨੂੰ ਉਹ ਸ਼ਟ ਡਾਊਨ ਕਰਨ ਜਾ ਰਹੇ ਆ। ਉਧਰ ਕਾਂਗਰਸ ਨੇ ਬੀਤੇ ਦਿਨੀ ਅਪਰੂਵ ਕੀਤਾ ਸੀ USDA ਦਾ ਜਿਹੜਾ ਨਵਾਂ ਪ੍ਰੋਗਰਾਮ, ਜਿਹੜਾ ਕਹਿੰਦੇ ਵੀ ਗਰੀਬ ਨਿਆਣਿਆਂ ਨੂੰ ਸਮਰ ਦੇ ਵਿੱਚ ਵੀ ਜਿਹੜਾ ਭੋਜਨ ਆ ਉਹ ਦਊਗਾ। ਪਰ 15 ਸਟੇਟਸ ਜਿਨ੍ਹਾਂ ਦੇ ਰਿਪਬਲਿਕਨ ਗਵਰਨਰਸ ਆ, ਉਹਨਾਂ ਨੇ ਇਸ ਦੇ ਵਿੱਚੋਂ ਆਪਟ ਆਊਟ ਕਰ ਲਿਆ ਆ। ਉਹ ਤਾਂ ਇਹ ਕਹਿੰਦੇ ਆ ਵੀ ਬੱਚਿਆਂ ਦੇ ਲਈ, ਦੁਨੀਆ ਦੇ ਲਈ ਜ਼ਿੰਦਗੀ ਦਾ ਜਿਹੜਾ ਬੜਾ ਅਹਿਸਾਸ ਆ, ਪਰ ਇਹੋ ਜਿਹੇ ਜਿਹੜੇ ਪ੍ਰੋਗਰਾਮਸ ਆਉਂਦੇ ਆ ਉਹਨਾਂ ਚੀਜ਼ਾਂ ਦੇ ਵੇਲੇ ਅਕਸਰ ਇਹ ਜਿਹੜੇ ਗਵਰਨਰਸ ਆ ਸਟੈਂਡ ਉਸ ਤੋਂ ਉਲਟ ਕਿਤੇ ਨਾ ਕਿਤੇ ਲੈ ਜਾਂਦੇ ਆ। ਸੋ ਡੈਡਲਾਈਨ ਜਿਹੜੀ ਸੀਗੀ ਸਟੇਟਸ ਦੇ ਲਈ ਇਸ ਦੇ ਵਿੱਚੋਂ ਆਪਟ ਕਰਨ ਦੇ ਲਈ, ਉਹ ਜਿਹੜੀ ਉਹ ਲੰਘ ਗਈ ਆ। 1 ਜਨਵਰੀ ਸੀਗੀ ਤੇ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਉਹਨਾਂ ਨੇ ਅਨਾਉਂਸ ਕੀਤਾ ਵੀ 35 ਸਟੇਟਸ ਜਿਹੜੀਆਂ ਇਸ ਦੇ ਵਿੱਚ ਹਿੱਸਾ ਲੈ ਰਹੀਆਂ ਤੇ 5 ਜਿਹੜੀਆਂ US ਦੀਆਂ ਟੈਰੀਟਰੀਜ਼, ਬਾਕੀ ਜਿਹੜੀਆਂ 15 ਸੂਬੇ ਨੇ, 15 ਸਟੇਟਸ ਆ ਜਿਨ੍ਹਾਂ ਦੇ ਵਿੱਚ ਰਿਪਬਲਿਕਨਸ ਇਸ ਟਾਈਮ ਲੀਡ ਕਰ ਰਹੇ ਆ, ਉਹਨਾਂ ਨੇ ਇਸ ਦੇ ਵਿੱਚ ਨਾ ਜਿਹੜੀ ਉਹ ਕਰ ਦਿੱਤੀ ਆ। ਉਹਨਾਂ ਗਵਰਨਰਸ ਨੇ ਇਹ ਜਿਹੜਾ ਉਹ ਕਾਰਨ ਦਿੱਤਾ ਹੈ ਵੀ ਕਹਿੰਦੇ ਜਿਹੜੇ ਪ੍ਰੋਗਰਾਮਸ ਦੇ ਮਕੈਨਿਕਸ ਤੇ ਐਡਮਿਨਿਸਟ੍ਰੇਟਿਵ ਕਾਸਟ ਆ ਉਹ ਬਹੁਤ ਜ਼ਿਆਦਾ ਆ, ਤੇ ਇਸ ਦੇ ਵਿੱਚ ਨਾਲ ਉਹਨਾਂ ਨੂੰ ਹੋਰ ਵੀ ਕਈ ਜਿਹੜੀਆਂ ਓਬਜੈਕਸ਼ਨ ਸੀਗੀਆਂ, ਖਾਸ ਕਰਕੇ ਕਹਿੰਦੇ ਵੀ ਫੈਡਰਲ ਸਰਕਾਰ ਦੇ ਉੱਤੇ ਭਰੋਸਾ ਉਹਨਾਂ ਨੂੰ ਨਹੀਂ ਆ। ਪਰ ਇਹ ਅਕਸਰ ਦੇਖਿਆ ਜਾਂਦਾ ਆ ਵੀ ਇਦਾਂ ਜਿਹੜੇ ਸੂਬਿਆਂ ਦੇ ਭਰੋਸੇ ਬਦਲ ਜਾਂਦੇ ਆ ਜਦੋਂ ਸੱਤਾ ਦੇ ਵਿੱਚ ਕਿਹੜੀ ਧਿਰ ਹੁੰਦੀ ਆ, ਕਿਹੜਾ ਜਿਹੜਾ ਆ ਉਹ ਪ੍ਰੈਜ਼ੀਡੈਂਟ ਹੁੰਦਾ ਆ। ਉਦੋਂ ਡੈਮੋਕ੍ਰੇਟਾਂ ਨੂੰ ਉਹ ਦੂਜਿਆਂ ਦੇ ਉੱਤੇ ਭਰੋਸਾ ਨਹੀਂ ਰਹਿੰਦਾ, ਜਿੱਦਾਂ ਹੁਣ ਰਿਪਬਲਿਕਨਸ ਨੂੰ ਉਧਰ ਫੈਡਰਲ ਸਰਕਾਰ ਦੇ ਉੱਤੇ ਭਰੋਸਾ ਘੱਟ ਆ। ਪਰ ਕਹਿੰਦੇ ਵੀ ਇਹ ਚਾਹੁੰਦੇ ਸੀਗੇ ਵੀ ਜਿਹੜਾ ਕੋਵਿਡ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ ਪ੍ਰੋਗਰਾਮ, ਵੀ ਸਮਰਸ ਦੇ ਵਿੱਚ ਵੀ ਨਿਆਣਿਆਂ ਨੂੰ ਭੋਜਨ ਦੇਣ ਵਾਲਾ, ਵੀ ਉਹ ਚੱਲਦਾ ਰਵੇ, ਉਸ ਨੂੰ ਪੱਕਿਆਂ ਜਿਹੜਾ ਉਹ ਕਰ ਦਿੱਤਾ ਜਾਵੇ। ਪਰ ਕਈ ਸੂਬਿਆਂ ਨੇ ਇਸ ਦੇ ਵਿੱਚ ਨਾ ਕਰ ਦਿੱਤੀ ਆ। ਤੇ ਜਾਂਦੇ ਜਾਂਦੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਖਬਰ ਕਰਦੇ ਜਾਈਏ। ਕੈਨੇਡਾ ਦੇ ਕਸਟਮ ਆਫੀਸਰਸ ਹੁਣ USA ਦੇ ਲੈਂਡ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਨਗੇ ਜੂਨ ਮਹੀਨੇ ਦੇ ਵਿੱਚ। ਕਹਿੰਦੇ ਬਹੁਤ ਜਲਦੀ, ਪਹਿਲੀ ਵਾਰੀ ਕੈਨੇਡਾ ਦੀ ਹਿਸਟਰੀ 'ਚ ਹੋਊਗਾ ਵੀ ਕੈਨੇਡੀਅਨ ਜੋ ਇਮੀਗ੍ਰੇਸ਼ਨ ਆਫੀਸਰਸ ਹੈਗੇ ਆ ਬਾਰਡਰ ਦੇ ਇਸ ਪਾਰ ਉਹ ਕੰਮ ਕਰਨਗੇ। ਇਸੇ ਤਰ੍ਹਾਂ ਅਮਰੀਕਾ ਦੇ ਜਿਹੜੇ ਆਫੀਸਰਸ ਆ ਉਹ ਕੈਨੇਡਾ ਵਾਲੇ ਬਾਰਡਰਸ ਤੇ ਵੀ ਕੰਮ ਕਰਨਗੇ। ਇਹ ਫੰਡਾਮੈਂਟਲ ਸ਼ਿਫਟ ਆ ਮਾਰਕ ਵੈਬਰ ਕਰਕੇ, ਜੋ ਪ੍ਰੈਜ਼ੀਡੈਂਟ ਯੂਨੀਅਨ ਦੇ ਆ ਕੈਨੇਡੀਅਨ ਬਾਰਡਰ ਆਫੀਸਰਸ ਦੇ, ਵੀ ਅਸੀਂ ਇੱਕ ਹੋਰ ਮੁਲਕ ਦੇ ਵਿੱਚ, ਦੂਜੀ ਕੰਟਰੀ ਦੇ ਵਿੱਚ ਕੰਮ ਕਰਾਂਗੇ। ਸਭ ਤੋਂ ਪਹਿਲਾਂ ਇਹ ਕੈਨੇਡਾ ਦੇ ਤੇ USA ਦੇ ਜੋ ਬਾਰਡਰ ਆ 80 ਦੇ ਕਰੀਬ ਚੈੱਕ ਪੁਆਇੰਟ ਹੈਗੇ ਆ।
ਸੋ ਪਹਿਲਾਂ ਇਹਨਾਂ ਨੇ ਪਾਇਲਟ ਪ੍ਰੋਜੈਕਟ ਕੀਤਾ ਹੈ 2 ਸਾਲਾਂ ਦੇ ਲਈ, ਹਿਲ ਕੈਨਨ ਕਾਰਨਰ ਤੇ ਜਿਹੜਾ ਕਿਊਬਕ ਤੇ ਨਿਊਯਾਰਕ ਸਟੇਟ ਦੇ ਵਿਚਕਾਰ, ਤੇ ਇੱਕ ਹੋਰ ਜਿਹੜਾ ਇਹ ਨਹੀਂ ਕੀਤਾ ਹੈਗਾ ਬਾਰਡਰ ਦੇ ਉੱਤੇ। ਸੋ ਕਹਿੰਦੇ ਵੀ ਦੋਨਾਂ ਹੀ ਬਾਰਡਰਸ ਦੇ ਵਿੱਚ ਇਹਦੇ ਨਾਲ ਸੌਖ ਹੋਊਗੀ, ਤੇ ਯੂਐਸ ਦੇ ਕ੍ਰਿਮੀਨਲ ਲਾ ਵੀ ਜਿਹੜੇ ਆ ਅਪਲਾਈ ਹੋਊਗੇ। ਸ਼ੇਅਰਡ ਬਾਰਡਰ ਜੋ ਪੋਸਟ ਹੈਗੀਆਂ 80 ਦੇ ਕਰੀਬ ਸ਼ੇਅਰਡ ਬਾਰਡਰ ਪੋਸਟ ਹੈਗੀਆਂ ਯੂਐਸਏ ਤੇ ਕੈਨੇਡਾ ਦੇ ਵਿੱਚ, ਇਹਦੇ ਨਾਲ ਜੋ ਡਰੱਗ ਜਾ ਰਹੀ ਹੈਗੀ ਆ ਦੋਨਾਂ ਮੁਲਕਾਂ ਦੇ ਵਿੱਚ, ਉਹਦੇ ਜੀ। ਉੱਤੇ ਵੀ ਜਿਹੜੀ ਠੱਲ ਆ ਬਹੁਤ ਛੇਤੀ ਪਾਈ ਜਾ ਸਕੂਗੀ। ਜੀ, ਇਹ ਉਹਨਾਂ ਦੀ ਕੋਸ਼ਿਸ਼ ਹੈਗੀ ਆ। ਕੈਨੇਡਾ ਨੇ ਇੱਕ ਜਿਹੜੀ ਐਂਟੀ ਰਸ਼ੀਅਨ ਵਾਰ ਐਕਟਿਵਿਸਟ ਜਿਹੜੀ ਸੀਗੀ ਉਸ ਦੀ ਸਿਟੀਜ਼ਨਸ਼ਿਪ ਉਸ ਨੂੰ ਮਿਲਣ ਤੋਂ ਰੋਕਿਆ ਸੀਗਾ, ਪਰ ਹੁਣ ਕੈਨੇਡਾ ਆਪਣੇ ਉਸ ਫੈਸਲੇ ਤੋਂ ਉਲਟ ਜਿਹੜਾ ਹੋ ਜਾ ਰਿਹਾ ਆ। ਕਹਿੰਦੇ ਵੀ ਉਸ ਬੀਬੀ ਦਾ, ਜਿਸ ਦਾ ਨਾਮ ਮਾਰੀਆ ਕਾਰਤਸ਼ੇਵਾ ਆ, ਉਸ ਦੇ ਤੇ ਕੈਨੇਡਾ ਦੀ ਜਿਹੜੀ ਫੋਰਨ ਪਾਲਿਸੀ ਆ, ਉਹਨਾਂ ਦੇ ਵਿਚਾਰ ਇੱਕੋ ਜਿਹੇ ਸੀਗੇ ਵੀ ਰੂਸ ਜੋ ਕਰ ਰਿਹਾ ਆ ਉੱਥੇ ਜੰਗ ਜਿਹੜੀ ਲਾਈ ਆ ਵੀ ਉਹ ਮਾੜੀ ਆ। ਮਿਲਟਰੀ ਨੂੰ ਇਸ ਬੀਬੀ ਨੇ ਆਲੋਚਨਾ ਜਿਹੜੀ ਉਹ ਕੀਤੀ ਸੀਗੀ, ਪਰ ਕੈਨੇਡੀਅਨ ਇਮੀਗ੍ਰੇਸ਼ਨ ਬਿਊਰੋਕ੍ਰੇਸੀ ਦੇ ਤਹਿਤ ਜੇ ਕੋਈ ਇਦਾਂ ਚਾਰਜ ਹੋ ਕੇ ਕਨਵਿਕਟ ਹੋ ਜਾਂਦਾ ਆ ਤਾਂ ਉਹਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਜਿਹੜੀ ਉਹ ਮਿਲ ਸਕਦੀ। ਕਹਿੰਦੇ ਵੀ ਮੈਨੂੰ ਤਾਂ ਸਜ਼ਾ ਮਿਲ ਰਹੀ ਆ ਉਹ ਚੀਜ਼ ਲਿਖਣ ਦੇ ਲਈ ਜਿਸ ਦੇ ਵਿੱਚ ਕੈਨੇਡਾ ਵੀ ਜਿਹੜਾ ਉਹ ਬਲੀਵ ਕਰਦਾ ਆ ਰਸ਼ੀਆ ਦੇ ਐਕਸ਼ਨਸ ਨੂੰ ਲੈ ਕੇ। 30 ਸਾਲਾਂ ਦੀ ਇਹ ਜਿਹੜੀ ਮਾਰੀਆ ਕਾਰਤਸ਼ੇਵਾ, ਇਸ ਨੂੰ ਰੂਸ ਵਾਲਿਆਂ ਨੇ ਦੋਸ਼ੀ ਕਰਾਰ ਦਿੱਤਾ ਹੈਗਾ ਆ ਕਿਉਂਕਿ ਇਸ ਨੇ ਉਹਨਾਂ ਦੀ ਮਿਲਟਰੀ ਦੇ ਉਲਟ ਜਿਹੜੀਆਂ ਚੀਜ਼ਾਂ ਲਿਖੀਆਂ ਸੀ ਜਾਂ ਉਹਦਾ ਪਰਦਾਫਾਸ਼ ਕਹਿ ਲਓ ਵੀ ਉਹ ਕੀਤਾ ਸੀ। ਤੇ ਹੁਣ ਜਿਹੜੀ ਉਹ ਦੱਸ ਰਹੀ ਹੈ ਕਾਰਤਸ਼ੇਵਾ ਵੀ ਉਹਨੂੰ ਫੋਨ ਆਇਆ ਆ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ, ਤੇ ਇਹ ਉਹਨੂੰ ਕਿਹਾ ਵੀ ਤੈਨੂੰ ਸੱਦਾ ਦਿੰਦੇ ਆ ਵੀ ਬੀਬੀ ਆ ਜਾ ਤੇ ਆਪਣੀ ਜਿਹੜੀ ਸਿਟੀਜ਼ਨਸ਼ਿਪ ਦੀ ਸੈਰੇਮਨੀ ਆ ਉਹ ਉਸ ਦਿਨ ਤੂੰ ਜਿਹੜੀ ਉਹ ਆ ਕੇ ਕਰ ਲਾ। ਤੇ ਕਹਿੰਦੀ ਵੀ ਇਹ ਇੱਕ ਚਲੋ ਮੇਰੇ ਲਈ ਇੱਕ ਕਹਿੰਦੀ ਵੀ ਚੰਗੀ ਗੱਲ ਇਵੈਂਚੁਅਲੀ ਜਿਹੜੀ ਉਹ ਵਾਪਰ ਗਈ ਆ। ਘੰਟਿਆਂ ਬਾਅਦ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਉੱਥੋਂ ਦੇ ਆ ਮਾਰਕ ਮਿਲਰ, ਉਹਨਾਂ ਨੇ ਇਸ ਦੇ ਉੱਤੇ ਇੱਕ ਜਿਹੜੀ ਲਿੰਕ ਆ ਉਹ ਵੀ ਸ਼ੇਅਰ ਜਿਹੜਾ ਉਹ ਕੀਤਾ ਸੀਗਾ। ਕਹਿੰਦੇ ਵੀ ਜਿਹੜੀ ਸਿਟੀਜ਼ਨਸ਼ਿਪ ਐਲੀਜੀਬਿਲਟੀ ਰੂਲਸ ਆ ਇਹ ਕਹਿੰਦੇ ਵੀ ਕ੍ਰਿਮੀਨਲਸ ਨੂੰ ਕੈਚ ਕਰਨ ਦੇ ਲਈ ਆ, ਨਾ ਕਿ ਸਪਰੈਸ ਕਰਨ ਦੇ ਲਈ ਜਿਹੜੇ ਲੈਜਿਟਿਮੇਟ ਪੋਲੀਟੀਕਲ ਡਿਸੈਂਟ ਜਿਹੜਾ ਆ ਉਹ ਰੱਖਦੇ ਆ। ਸੋ ਕਹਿੰਦੇ ਵੀ ਹੁਣ ਇਹ ਡੈਪੂਟੇਸ਼ਨ ਫੇਸ ਨਹੀਂ ਕਰੂਗੀ। ਇਨਫੈਕਟ ਕੈਨੇਡੀਅਨ ਸਿਟੀਜ਼ਨਸ਼ਿਪ ਇਸ ਨੂੰ ਹੁਣ ਮਿਲਣ ਜਾ ਰਹੀ ਆ। ਸੋ ਸਰੋਤੇ, ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ? ਅਪਡੇਟ ਅਮਰੀਕਾ ਜਰੂਰ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਜਰੂਰ ਦਿਓ। ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਤੇ ਹੁਣ ਤੋਂ ਬਾਅਦ ਜਿਹੜੇ ਪ੍ਰੋਗਰਾਮ ਆਣਗੇ ਉਹਨਾਂ ਦੇ ਬਾਰੇ ਰਾਜਕਨਵੀਰ ਸਿੰਘ ਜੀ ਤੁਹਾਡੇ ਨਾਲ ਡਿਸਕਸ ਕਰਦੇ ਆ। ਜੀ, ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦਾ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਣਾ ਆ ਨਜ਼ਰੀਆ 11:30 ਵਜੇ, ਤੇ 1 ਵਜੇ ਫਿਰ ਕੁਝ ਗੱਲਾਂ ਕੁਝ ਗੀਤ, 2:30 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ, 3 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸਾਂਝੀ ਸੱਥ, ਤੇ 4 ਵਜੇ ਪ੍ਰੋਗਰਾਮ ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ, ਤੇ 8 ਤੋਂ ਬਾਅਦ ਦੇ ਵਿੱਚ ਦੀਪਕ ਸ਼ਰਮਾ ਚਨਾਰਥਨ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ, ਤੇ ਫਿਰ ਉਸ ਤੋਂ ਉਪਰੰਤ 10 ਵਜੇ ਤੱਕ ਰਾਤ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। ਜਿਹੜਾ ਅੰਤਾਕਸ਼ਰੀ ਦਾ ਅੱਜ ਖਾਸ ਕਰਕੇ ਵਿਸ਼ੇਸ਼ ਪ੍ਰੋਗਰਾਮ ਹੁੰਦਾ ਆ ਕਦੀ ਤੇ ਹੱਸ ਬੋਲਵੇ। ਤੇ ਕੱਲ ਨੂੰ ਲੋਹੜੀ ਦਾ ਪ੍ਰੋਗਰਾਮ ਆ, ਕੋਸ਼ਿਸ਼ ਕਰਾਂਗੇ ਦਿਨ ਵਾਲੇ ਪ੍ਰੋਗਰਾਮ 'ਚ ਕਿਸੇ ਨਾ ਕਿਸੇ ਤਰ੍ਹਾਂ ਜੇ ਲੋਹੜੀ ਵਾਲੇ ਪ੍ਰੋਗਰਾਮ ਦੇ ਉੱਤੇ ਜੋ ਆ ਤੁਹਾਡੀਆਂ ਕਾਲਸ ਲਈਆਂ ਜਾਣ। ਬਿਲਕੁਲ ਵੀ ਉਹ ਵੀ, ਤੇ ਨਾਲ ਦੇ ਨਾਲ ਅੱਜ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਇਸ ਉੱਤੇ ਵੀ ਜਿਹੜੀ ਚਰਚਾ ਆ ਉਹ ਚੱਲਦੀ ਰਹੂਗੀ। ਤੇ ਕਰੀ ਅਸੀਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਕੱਲ ਵੀ ਜਿੱਦਾਂ ਗੱਲ ਚੱਲ ਰਹੀ ਸੀ ਵੀ ਭਾਈ ਆਪਾਂ ਦੂਜਿਆਂ ਦੇ ਤਿਉਹਾਰਾਂ ਨੂੰ ਤਾਂ ਬਹੁਤ ਜੋਸ਼ੋ ਖਰੋਸ਼ ਦੇ ਨਾਲ ਮਨਾਉਂਦੇ ਆ, ਆਪਣੇ ਵੀ ਜਿਹੜੇ ਸੱਭਿਆਚਾਰਕ ਜਿਹੜੇ ਤਿਉਹਾਰ ਆ ਉਹਨਾਂ ਨੂੰ ਵੀ ਉਸੇ ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਕਰੀਏ। ਜੇ ਉਹ ਮਨਾਵਾਂਗੇ ਤਾਂ ਹੀ ਜਿਹੜਾ ਉਹਨਾਂ ਬਾਰੇ ਸਾਰਿਆਂ ਨੂੰ ਪਤਾ, ਆਪਣਿਆਂ ਨੂੰ, ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਪਤਾ ਲੱਗਦਾ ਰਹੇਗਾ। ਹੁਣ ਇਜਾਜ਼ਤ, ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।